ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸਮਾਧਾਨ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਏਅਰਪੋਰਟ ਰੋਡ ਐਡੋ ਸਿਟੀ ਦਾ ਸੁਨੇਹਾ ਦੇ ਦਈਏ ਜੀ। ਫੋਨ ਨੰਬਰ ਹੈ ਇਹਨਾਂ ਦਾ 893605x0 99360 00000 ਅਤੇ ਦੂਜਾ ਨੰਬਰ ਹੈ ਜੀ 98555 55960। ਜੇਕਰ ਤੁਹਾਡੇ ਮਨ ਦੇ ਵਿੱਚ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਜਾਂ ਸ਼ੋਅਰੂਮ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਤੁਸੀਂ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਹਾਈਵੇ 'ਤੇ ਮੋਹਾਲੀ 'ਚ, ਜੀਰਕਪੁਰ, ਚੰਡੀਗੜ੍ਹ ਜਾਂ ਖਰੜ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਲੋਕਲ ਜੋਬ ਦਿੰਦੇ ਆ ਜੀ। ਰੋਜ਼ਾਨਾ ਬੱਚਿਆਂ ਨਾਲ ਤੁਸੀਂ ਆਪਣਾ ਸਮਾਂ ਬਤੀਤ ਕਰ ਸਕਦੇ ਹੋ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਹੈ। 206354 ਜਾਂ ਜਗਦੇਵ ਸੰਧੂ ਹਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਨਵਰੀਤ ਤੁਹਾਨੂੰ ਯਾਦ ਹੋਣਾ ਮੁੰਡਾ ਆਪਣਾ
ਡਿਬਡਬਾ ਸਾਹਿਬ ਦਾ ਪੋਤਰਾ 26 ਜਨਵਰੀ ਨੂੰ ਉਹਦੀ ਕਥਿਤ ਤੌਰ 'ਤੇ ਦਿੱਲੀ ਪੁਲਿਸ ਦੀ ਗੋਲੀ ਨਾਲ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮਾਮਲਾ ਹਾਈ ਕੋਰਟ ਪੁੱਜਾ। ਹੁਣ ਅੱਗੇ ਕੀ ਹੈ ਜੀ ਅਪਡੇਟ? ਦੇਖੋ, ਦੀਨ ਦਿਆਲ ਉਪਾਧਿਆ ਮਾਰਗ ਦੇ ਉੱਤੇ ਜਿਹੜੇ CCTV ਕੈਮਰੇ ਲੱਗੇ ਹੋਏ ਹੈ ਜੀ, ਉਹਨਾਂ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਸ ਮੁੰਡੇ ਦੀ ਮੌਤ ਦਾ ਕਾਰਨ ਜੀ, ਉਹ ਜਿਹੜਾ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾਉਣਾ ਸੀ ਜੀ, ਔਰ ਤੇਜ਼ ਰਫ਼ਤਾਰ ਟਰੈਕਟਰ ਜਿਹੜਾ ਹੈਗਾ ਉਹ ਜਿਹੜੇ ਬੈਰੀਕੇਡ ਲੱਗੇ ਸੀ ਉਹਨਾਂ ਦੇ ਵਿੱਚ ਵੱਜ ਕੇ ਉਲਟ ਗਿਆ ਅਤੇ ਮੌਤ ਇਸ ਤਰ੍ਹਾਂ ਹੋਈ ਹੈ। ਲੇਕਿਨ ਉਹਦੇ ਦਾਦਾ ਜੀ ਸਰਦਾਰ ਹਰਦੀਪ ਸਿੰਘ ਡਿਬਡਵਾ, ਜਿਹੜੇ ਕਈ ਕਿਤਾਬਾਂ ਦੇ ਲਿਖਾਰੀ ਵੀ ਹੈ ਜੀ, ਉਹਨਾਂ ਨੇ, ਕਿਉਂਕਿ ਡੈੱਡ ਬੋਡੀ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਡੈੱਡ ਬੋਡੀ ਮਿਲਦੀ ਹੈ, ਡੈੱਡ ਬੋਡੀ ਕਿਉਂਕਿ ਸਿਆਣਾ ਬੰਦਾ, ਉਹਨਾਂ ਨੇ ਡੈੱਡ ਬੋਡੀ ਦਾ ਮੁਆਇਨਾ ਕੀਤਾ ਅਤੇ ਉਹਨਾਂ ਨੇ ਕਿਹਾ ਸਿਰ 'ਚ ਗੋਲੀ ਲੱਗੀ ਹੈ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੋਲੀ ਡਿੱਗਣ ਤੋਂ ਬਾਅਦ ਤਾਂ ਕਿਸੇ ਨੇ ਮਾਰੀ ਨਹੀਂ। ਜੇ ਟਰੈਕਟਰ ਤੇਜ਼ ਰਫ਼ਤਾਰ ਹੈ ਤਾਂ ਪੋਸੀਬਿਲਿਟੀ ਬਣਦੀ ਹੈ ਕਿ ਬੰਦੇ ਦੇ ਸਿਰ 'ਚ ਗੋਲੀ ਵੱਜੀ ਹੋਵੇ, ਟਰੈਕਟਰ ਜਿਹੜਾ ਫੇਰ ਬੇਕਾਬੂ ਹੋ ਗਿਆ, ਬੇਕਾਬੂ ਹੋ ਗਿਆ ਹੋਵੇ, ਪੈਰ ਵੀ ਬੰਦੇ ਦਾ ਮਤਲਬ ਕਾਬੂ ਨਹੀਂ ਕਰਦਾ, ਸਟੀਅਰਿੰਗ ਆਪਣੀ ਰੇਸ 'ਤੇ ਪੈਰ ਜ਼ਿਆਦਾ ਦਬਾਅ ਪੈ ਗਿਆ ਹੋਵੇ, ਉਹ ਕੁਛ ਵੀ ਹੋ ਸਕਦਾ, ਤੇਜ਼ ਵੀ ਹੋ ਸਕਦਾ, ਕੋਈ ਵੀ ਗੱਲ ਹੋ ਸਕਦੀ ਹੈ। ਜਿਹੜਾ ਪੋਸਟਮਾਰਟਮ ਹੋਇਆ ਰਾਮਪੁਰ, ਅਤੇ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਕਾਰਵਾਈ ਅੱਗੇ ਕਰਨੀ ਸੀ ਕਿਉਂਕਿ ਇਹ UP ਵਾਲੀ ਪੁਲਿਸ ਦੇ ਮਤਹਿਤ ਆ ਗਿਆ ਸੀ ਜੀ। ਹੁਣ ਉਹ ਜਿਹੜੇ ਆਪਣੇ ਡਿਬਡਵਾ ਸਾਹਿਬ ਹੈ, ਹਰਦੀਪ ਸਿੰਘ ਡਿਬਡਵਾ, ਉਹਨਾਂ ਨੇ ਫਿਰ ਇੱਕ ਪਟੀਸ਼ਨ ਦਾਇਰ ਕਰਤੀ ਦਿੱਲੀ ਹਾਈ ਕੋਰਟ 'ਚ ਜੀ, ਅਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਦਿੱਲੀ ਹਾਈ ਕੋਰਟ ਆਪਦੀ ਨਿਗਰਾਨੀ 'ਚ ਕਰਾਵੇ, ਕੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਵੇ ਅਤੇ ਉਹ ਟੀਮ ਇਹਨੂੰ ਚੰਗੀ ਤਰ੍ਹਾਂ ਕੋਖੇ, ਉਹਨਾਂ ਦੀ ਇਹ ਮੰਗ ਸੀ। ਇਹਦੇ 'ਤੇ ਜਿਹੜੀ ਪਾਰਟੀ ਬਣਾਇਆ, ਦਿੱਲੀ ਪੁਲਿਸ ਨੂੰ ਵੀ ਬਣਾਇਆ, UP ਦੀ ਪੁਲਿਸ ਨੂੰ ਵੀ ਬਣਾਇਆ, ਸਰਕਾਰ ਨੂੰ ਵੀ ਬਣਾਇਆ ਹੋਇਆ ਜੀ। ਤਾਂ ਪਿਛਲੀ ਪੇਸ਼ੀ ਦੇ ਉੱਤੇ ਅਦਾਲਤ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਪੋਸਟਮਾਰਟਮ ਰਿਪੋਰਟ ਹੈ ਉਹ ਪੇਸ਼ ਕਰੋ ਜੀ। ਦਿੱਲੀ ਪੁਲਿਸ ਨੇ ਰਿਫਿਊਜ਼ ਕਰਤਾ, ਕਹਿੰਦੇ ਜੀ ਪੋਸਟਮਾਰਟਮ ਰਿਪੋਰਟ ਸਾਡੇ ਕੋਲ ਹੈ ਹੀ ਨਹੀਂ। ਅੱਛਾ, ਮੁੱਕਰੀ ਗਈ ਉਹ ਪੋਸਟਮਾਰਟਮ ਤਾਂ ਕਹਿੰਦੇ UP ਵਾਲਿਆਂ ਨੇ ਕਰਵਾਇਆ, UP ਵਾਲਿਆਂ ਤੋਂ ਮੰਗਵਾ ਲਓ। ਅਸੀਂ UP ਵਾਲਿਆਂ ਕੋਲ ਗਏ ਸੀ ਪੋਸਟਮਾਰਟਮ ਰਿਪੋਰਟ ਲੈਣ ਵਾਸਤੇ, ਸਾਨੂੰ ਉਹਨਾਂ ਨੇ ਦਿੱਤੀ ਨਹੀਂ। UP ਪੁਲਿਸ ਨੂੰ ਜਦੋਂ ਨੋਟਿਸ ਜਾਰੀ ਕੀਤਾ ਤੇ UP ਵਾਲਿਆਂ ਨੇ ਆਪਣਾ ਵਕੀਲ ਖੜਾ ਕਰਤਾ। ਉਹਨਾਂ ਨੇ ਕਹਿ ਦਿੱਤਾ ਜੀ ਪੁਲਿਸ ਨੂੰ ਅਸੀਂ ਰਿਪੋਰਟ ਕਿਵੇਂ ਦੇ ਦਈਏ, ਪੋਸਟਮਾਰਟਮ ਰਿਪੋਰਟ ਜੇ ਅਦਾਲਤ ਹੁਕਮ ਕਰੂਗੀ ਤਾਂ ਦੇਵਾਂਗੇ, ਬਗੈਰ ਅਦਾਲਤ ਦੇ ਹੁਕਮ ਤੋਂ ਕਿਵੇਂ ਦੇ ਦਿਓ, ਕੋਈ ਕਾਨੂੰਨ ਵਗੈਰਾ ਕੱਢ ਕੇ ਦਿਖਾਤਾ ਉਹਨੇ। ਫਿਰ ਅਦਾਲਤ ਨੇ ਹੁਕਮ ਕੀਤਾ ਕਿ ਤੁਸੀਂ ਜਿਹੜੀ ਹੈਗੀ ਹੈ ਪੋਸਟਮਾਰਟਮ ਰਿਪੋਰਟ ਇਹਨਾਂ ਨੂੰ ਦਿਓ ਜੀ। ਇਸੇ ਸਮੇਂ ਦੌਰਾਨ ਇਹ ਮਾਮਲਾ ਕਿਉਂਕਿ ਹਾਈਲਾਈਟ ਹੋ ਗਿਆ ਸੀ ਇੰਟਰਨੈਸ਼ਨਲ ਲੈਵਲ 'ਤੇ, ਇੰਗਲੈਂਡ ਦਾ ਇੱਕ ਪੇਪਰ ਹੈ ਗਾਰਡੀਅਨ ਜੀ, ਗਾਰਡੀਅਨ ਨੇ ਜਿਹੜੀ ਉਹਨਾਂ ਕੋਲ ਜੋ ਵੀ ਤੱਥ ਮਾਮਲਾ ਸੀ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਇੰਸਟੀਚਿਊਟ ਉਹਦੇ ਡਾਕਟਰਾਂ ਤੋਂ ਜੀ ਪੋਸਟਮਾਰਟਮ ਦਾ ਐਨਾਲਿਸਿਸ ਕਰਵਾਇਆ, ਔਰ ਉਹ ਇੰਗਲੈਂਡ ਦੇ ਡਾਕਟਰਾਂ ਦਾ ਵੀ ਇਹ ਕਹਿਣਾ ਹੈ ਕਿ ਪਹਿਲਾਂ ਗੋਲੀ ਲੱਗੀ ਹੈ ਤੇ ਫਿਰ ਟਰੈਕਟਰ ਬੇਕਾਬੂ ਹੋਇਆ ਜੀ। ਹੁਣ ਜਿਹੜੀ ਅਦਾਲਤ ਵਾਸਤੇ ਦੇ ਸਾਹਮਣੇ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਪੋਸਟਮਾਰਟਮ ਕੀ ਕਹਿੰਦਾ ਹੈ ਜੀ, ਕੀ ਪੋਸਟਮਾਰਟਮ ਦੇ ਵਿੱਚ ਗੋਲੀ ਲੱਗਣ ਦੀ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ ਇਹ ਪੋਸਟਮਾਰਟਮ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਉਹਦੀ ਬਕਾਇਦਾ ਇੱਕ ਵੀਡੀਓਗ੍ਰਾਫੀ ਵੀ ਹੁੰਦੀ ਹੈ ਜੀ, ਵੀਡੀਓਗ੍ਰਾਫੀ ਦੇ ਜ਼ਰੀਏ ਸਾਰਾ ਕੁਛ ਹੁੰਦਾ। ਤਾਂ ਹੁਣ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਹੁੰਦੀ ਹੈ ਐਕਸਰੇ ਪਲੇਟ ਜੀ, ਐਕਸਰੇ ਪਲੇਟ, ਐਕਸਰੇ ਰਿਪੋਰਟ ਵਗੈਰਾ, ਇਹ ਸਾਰੇ ਦੀ ਸਾਰੀ ਹੈ ਜਿਹੜੀ ਇਹ ਦੇਵੇ UP ਪੁਲਿਸ ਫੜਾਵੇ, ਔਰ ਨਾਲ ਫਿਰ ਇਹ ਹਦਾਇਤ ਕਰ ਦਿੱਤੀ ਹੈ ਕਿ ਇਹਦਾ ਜਿਹੜਾ ਵਿਸ਼ਲੇਸ਼ਣ ਹੈ ਜੀ ਉਹ ਵਿਸ਼ਲੇਸ਼ਣ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਤੋਂ ਕਰਵਾਇਆ ਜਾਵੇ। ਅੱਛਾ ਜੀ। ਤੇ ਦੂਜੇ ਪਾਸੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਨਾਂ ਤੇ ਵੀ ਡਾਇਰੈਕਸ਼ਨ ਜਾਰੀ ਕਰਤੀ ਕੋਰਟ ਨੇ। ਅੱਛਾ ਜੀ। ਉਸ ਡਾਇਰੈਕਸ਼ਨ ਦੇ ਵਿੱਚ ਕਿਹਾ ਹੈ ਕਿ ਜਿਹੜੇ ਤੁਹਾਡੇ ਮੈਡੀਕਲ ਟੀਮ ਤਾਂ ਹੈ ਹੀ ਹੈ, ਫੋਰੈਂਸਿਕ ਟੀਮ ਵੀ ਹੈ ਜਿਹੜੀ ਉਹਨੂੰ ਵੀ ਨਾਲ ਇਹਦੇ ਵਿੱਚ ਇਨਵੋਲਵ ਕਰ ਲਓ। ਮੈਡੀਕਲ ਟੀਮ ਪਲੱਸ ਜਿਹੜੀ ਹੈਗੀ ਹੈ ਫੋਰੈਂਸਿਕ ਟੀਮ, ਇਹ ਦੋਨੋਂ ਮਿਲ ਕੇ ਇੱਕ ਰਿਪੋਰਟ ਜਿਹੜੀ ਹੈਗੀ ਹੈ ਇਹਦਾ ਵਿਸ਼ਲੇਸ਼ਣ ਕਰਨ, ਇਹਦੀ ਪੜਤਾਲ ਕਰਨ ਤੇ ਫਿਰ ਉਹ ਰਿਪੋਰਟ ਅਗਲੀ ਪੈਣ ਜੀ। ਹੁਣ ਇਹਦੀ ਜਿਹੜੀ ਅਗਲੀ ਸੁਣਵਾਈ ਹੈ ਉਹ ਤੈਅ ਕਰਤੀ ਹੈ ਅਦਾਲਤ ਨੇ, ਉਹ ਹੈ ਜੀ 14 ਅਪ੍ਰੈਲ ਜੀ, ਕਿ 14 ਅਪ੍ਰੈਲ ਤੱਕ ਜਿਹੜੀ ਹੈਗੀ ਹੈ ਤੁਸੀਂ ਸਾਨੂੰ ਇਹ ਰਿਪੋਰਟ ਪੇਸ਼ ਕਰੋ। 14 ਅਪ੍ਰੈਲ ਤੱਕ ਜਦੋਂ ਰਿਪੋਰਟ ਹੁੰਦੀ ਹੈ ਉਹ ਤੋਂ ਬਾਅਦ ਫਿਰ ਅਗਲਾ ਇਹਦੇ 'ਤੇ ਕੋਈ ਨਾ ਕੋਈ ਜੋ ਵੀ ਹੋਣਾ। ਵੈਸੇ ਵੀ ਜੇ ਆਪਾਂ ਦੇਖੀਏ ਪਹਿਲਾਂ ਨਵਰੀਤ ਨੂੰ ਕੁਛ ਅਣਗੌਲਿਆ ਜਿਹਾ ਕਰ ਦਿੱਤਾ ਸੀ, ਲੇਕਿਨ ਬਾਅਦ ਦੇ ਵਿੱਚ ਕਿਸਾਨ ਅੰਦੋਲਨ ਦੇ ਜਿਹੜੇ ਆਯੋਜਕ ਹੈ, ਆਗੂ ਹੈ, ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਇਹ ਕਿਸਾਨ ਅੰਦੋਲਨ ਦਾ ਸ਼ਹੀਦ ਜਵਾਨ ਹੈ ਜੀ,
ਔਰ ਸਿੰਘੂ ਦੇ ਬਾਰਡਰ ਦੇ ਉੱਤੇ ਜਿਹੜਾ ਮੰਚ ਲੱਗਿਆ ਹੋਇਆ, ਉਸ ਮੰਚ ਦੇ ਉੱਤੇ ਬਕਾਇਦਾ ਉਹਨਾਂ ਦਾ ਜਿਹੜਾ ਹੈਗਾ ਤਸਵੀਰ ਵਾਲਾ ਮਾਟੋ ਵੀ ਲੱਗਿਆ ਹੋਇਆ ਤੇ ਉਹ ਆਪਣੇ ਲੈਵਲ ਤੇ ਵੀ ਪੈਰਵੀ ਕਰ ਰਹੇ ਹੈ। ਚਲੋ ਇੱਧਰੋਂ ਪੈਰਵੀ ਡਿਬਡਵਾ ਸਾਹਿਬ ਵੀ ਕਰ ਰਹੇ ਹੈ ਜੀ, ਔਰ ਉਹਨਾਂ ਨੇ ਬਰਿੰਦਾ ਮੇਰਾ ਖਿਆਲ ਗਰੋਵਰ ਇੱਕ ਚੰਗੀ ਤਕੜੀ ਵਕੀਲ ਹੈ ਜਿਹੜੀ ਉਹਨਾਂ ਦੀ ਪੈਰਵੀ ਕਰ ਰਹੀ ਹੈ ਜੀ। ਉਮੀਦ ਹੈ ਕਿ ਜਦੋਂ ਬੰਦਾ ਲੜਾਈ ਲੜਦਾ, ਕੋਈ ਵੀ ਲੜਦਾ ਹੈ, ਤਾਂ ਉਹ ਕੁਛ ਨਾ ਕੁਛ ਉਹਦੇ ਵਿੱਚੋਂ ਹਾਸਲ ਕਰਦਾ ਹੀ ਹੈ, ਕਿਉਂਕਿ ਅਦਾਲਤ ਦੇ ਸਾਹਮਣੇ ਕਾਨੂੰਨ ਹੈ। ਬਿਲਕੁਲ। ਤੇ ਅਦਾਲਤ ਨੇ ਕਾਨੂੰਨ ਦੀ ਵਿਆਖਿਆ ਵੀ ਕਰਨੀ, ਕਾਨੂੰਨ ਦੀ ਰਾਖੀ ਵੀ ਕਰਨੀ। ਜੀ ਜੀ। ਢਿੱਲੋਂ ਸਾਹਿਬ, ਤੁਸੀਂ ਅਦਾਲਤ ਦੀ ਗੱਲ ਕੀਤੀ ਹੈ। ਅਦਾਲਤ ਦੀਆਂ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਜ਼ਿੰਮੇਵਾਰੀਆਂ ਤਾਂ ਬੜੇ ਆਪਾਂ ਆਖੀਏ ਕਿ ਅਹਿਮ ਨੇਤਾਵਾਂ ਦੀਆਂ ਵੀ ਹੁੰਦੀਆਂ ਨੇ। ਸੋ ਗੱਲ ਕਰਦੇ ਹਾਂ ਆਪਾਂ ਸਤਪਾਲ ਮਲਿਕ ਹੋਰਾਂ ਦੀ। ਉਹ ਵੀ ਆਪਦੀ ਜ਼ਿੰਮੇਵਾਰੀ ਤੇ ਅੜੇ ਹੋਏ ਨੇ, ਕੀ ਕਹਿੰਦੀ ਹੈ? ਦੇਖੋ, ਸਤਪਾਲ ਮਲਿਕ ਜਿਹੜੇ ਹੈਗੇ ਹੈ ਉਹ ਇਸ ਵੇਲੇ ਮੇਘਾਲਿਆ ਦੇ ਰਾਜਪਾਲ ਹੈ ਜੀ, ਮੇਘਾਲਿਆ ਦੇ ਗਵਰਨਰ ਹੈ। ਔਰ ਸਤਪਾਲ ਮਲਿਕ ਜੀ ਜੀ, ਇਹ ਬੇਸਿਕਲੀ ਯੂਪੀ ਦੇ ਰਹਿਣ ਵਾਲੇ ਪਿੰਡ ਹੈ ਇਹਨਾਂ ਦਾ ਬਾਗਪਤ 'ਚ ਜੀ। ਤੇ ਬਾਗਪਤ ਉਹ ਹਲਕਾ ਹੈ ਜਿਸ ਹਲਕੇ ਦੀ ਨੁਮਾਇੰਦਗੀ ਚੌਧਰੀ ਚਰਨ ਸਿੰਘ ਹੋਣੀ ਕਰਦੇ। ਹੋਰ ਬਿਲਕੁਲ ਜੀ। ਬਾਗਪਤ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿਸਾਨ ਅੰਦੋਲਨਾਂ ਦਾ ਗੜ੍ਹ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕੀਤੀ ਸੀ ਸਮਾਜਵਾਦੀ ਅੰਦੋਲਨ ਦੇ ਜ਼ਰੀਏ ਕੀਤੀ ਸੀ ਜੀ। ਸੋਸ਼ਲਿਸਟ ਅੰਦੋਲਨ ਤੁਹਾਨੂੰ ਪਤਾ ਯੂਪੀ ਦੇ ਵਿੱਚ ਕਾਫੀ ਮਜ਼ਬੂਤ ਰਿਹਾ। ਇਹ ਮੁਲਾਇਮ ਸਿੰਘ ਯਾਦਵ ਹੋਣ, ਲਾਲੂ ਪ੍ਰਸਾਦ ਯਾਦਵ ਹੋਵੇ, ਨਤੀਸ਼ ਕੁਮਾਰ ਹੋਵੇ ਜੀ, ਇਹ ਸਾਰੇ ਲੋਕ ਜਿਹੜੀ ਹੈਗੇ ਹੈ ਸੋਸ਼ਲਿਸਟ ਮੂਵਮੈਂਟ ਦੀ ਪੈਦਾਵਾਰ ਹੈ। ਈਵਨ ਜਾਰਜ ਫਰਨਾਂਡਸ ਜੀ। ਔਰ ਇਹ ਸੋਸ਼ਲਿਸਟ ਅੰਦੋਲਨ ਦੇ ਆਪਾਂ ਵੇਖੀਏ ਵੱਡੇ ਲੀਡਰਾਂ ਦੇ ਵਿੱਚ ਤਾਂ ਰਾਮ ਮਨੋਹਰ ਲੋਹੀਆ ਆਉਂਦਾ ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹ ਗੱਲ ਕਰਦੇ ਆ ਇਹਨਾਂ ਦੇ ਲੀਡਰ ਵੱਡੇ ਜੀ ਜੀ, ਤੇ ਇਹ ਰਾਮ ਮਨੋਹਰ ਲੋਹੀਆ ਦਾ ਜ਼ਿਕਰ ਜ਼ਰੂਰ ਕਰਦੇ ਕਿ ਲੋਹੀਆ ਸਾਹਿਬ ਨੇ ਆਹ ਕਿਹਾ ਸੀ ਤੇ ਲੋਹੀਆ ਸਾਹਿਬ ਨੇ ਆਹ ਕਿਹਾ ਸੀ। ਚਲੋ ਇਹਨਾਂ ਨੇ ਉਹ ਵਿਚਾਰਧਾਰਾ 'ਚ ਕੰਮ ਕੀਤਾ ਉਸ ਪਾਰਟੀ 'ਚ, ਆਰਗੇਨਾਈਜੇਸ਼ਨ 'ਚ। ਬਾਅਦ ਦੇ ਵਿੱਚ ਇਹਨਾਂ ਨੇ ਨਹੀਂ ਬਣੀ ਤੇ ਫਿਰ ਇਹਨਾਂ ਨੇ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕਰ ਲਈ ਸੀ ਜੀ। ਬੀਜੇਪੀ ਵਾਲਿਆਂ ਨੇ, ਤੁਹਾਨੂੰ ਯਾਦ ਹੋਣਾ ਹੈ, ਮਿਸਟਰ ਸਤਪਾਲ ਮਲਿਕ ਨੂੰ ਜੀ ਗਵਰਨਰ ਨਿਯੁਕਤ ਕਰਤਾ ਸੀ ਜੰਮੂ ਕਸ਼ਮੀਰ। ਔਰ ਜਦੋਂ ਜੰਮੂ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ, ਆਪਾਂ ਕਈ ਪ੍ਰੋਗਰਾਮ ਕੀਤੇ ਜਿਹੜੇ ਬੜੇ ਵਿਵਾਦਗ੍ਰਸਤ ਇਹਨਾਂ ਦੇ ਬਿਆਨ ਵਗੈਰਾ ਸੀ, ਫੈਸਲੇ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਧਾਰਾ 370 ਹੈ, ਧਾਰਾ 370 ਜੇ ਟੁੱਟੀ ਹੈ ਤਾਂ ਉਹ ਇਹਨਾਂ ਵੱਲੋਂ ਜਿਹੜੀ ਦਿੱਤੀ ਹੋਈ ਰਿਪੋਰਟ ਆ ਉਹਦੇ ਆਧਾਰ ਤੇ ਟੁੱਟੀ ਹੈ। ਕਿਉਂਕਿ ਉੱਥੇ ਵਿਧਾਨ ਸਭਾ ਹੈ ਨਹੀਂ ਜੀ, ਵਿਧਾਨ ਸਭਾ ਤਾਂ ਪਹਿਲਾਂ ਹੀ ਭੰਗ ਹੋਈ ਸੀ। ਗਵਰਨਰ ਨੇ ਕਹਿੰਦਾ ਧਾਰਾ 370 ਤੋੜ ਦੇ। ਕਾਨੂੰਨ ਮੁਤਾਬਕ ਜਿੰਨੀ ਦੇਰ ਤੱਕ ਵਿਧਾਨ ਸਭਾ ਰੈਜੂਲੇਸ਼ਨ ਨਹੀਂ ਪਾਉਂਦੀ ਉਨੀ ਦੇਰ ਤੱਕ ਟੁੱਟ ਨਹੀਂ ਸਕਦਾ। ਤੇ ਇਹੀ ਮਾਮਲਾ ਹੁਣ ਸੁਪਰੀਮ ਕੋਰਟ 'ਚ ਪਿਆ। ਨੈਸ਼ਨਲ ਕਾਨਫਰੰਸ ਨੇ ਜਿਹੜਾ ਭਾਰਤ ਸਰਕਾਰ ਦਾ ਫੈਸਲਾ ਧਾਰਾ 370 ਨੂੰ ਤੋੜਨ ਦਾ ਜਿਹੜੀ ਉਹਨੂੰ ਚੁਣੌਤੀ ਦਿੱਤੀ ਵੀ ਹੈ ਜੀ ਜੀ, ਉਸ ਚੁਣੌਤੀ ਦਾ ਵੱਡਾ ਜਿਹੜਾ ਹੈਗਾ ਉਹਨਾਂ ਦਾ ਆਧਾਰ ਹੀ ਹੈ ਕਿ ਇਹ ਵਿਧਾਨ ਸਭਾ 'ਚੋਂ ਪਾਸ ਨਹੀਂ ਹੋਇਆ। ਉਦੋਂ ਇਹ ਕਾਫੀ ਕੁਛ ਕਰਦੇ ਰਹੇ, ਇਹਨੂੰ ਇਸਤੇਮਾਲ ਕੀਤਾ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਜੀ ਚੰਗੀ ਤਰ੍ਹਾਂ। ਮਤਲਬ ਤੇ ਇਹ ਉਦੋਂ ਹੀ ਪਤਾ ਲੱਗਿਆ ਜਦੋਂ ਇਹਨਾਂ ਦੀ ਬਦਲੀ ਜੰਮੂ ਕਸ਼ਮੀਰ ਤੋਂ ਚੁੱਕ ਕੇ ਤੇ ਇਹਨਾਂ ਨੂੰ ਮੇਘਾਲਿਆ ਤੋਂ ਭੇਜਤਾ ਜੀ। ਹੁਣ ਇਹ ਮੇਘਾਲਿਆ ਦੇ ਗਵਰਨਰ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਆਏ ਸੀ ਬਾਗਪਤ। ਉੱਥੇ ਆ ਕੇ ਜਿਹੜੀ ਇਹਨਾਂ ਨੇ ਲੋਕਾਂ ਦਾ ਪ੍ਰਚੰਡ ਰੋਹ ਦੇਖਿਆ ਜੀ, ਉਸ ਰੋਹ ਤੋਂ ਬਾਅਦ ਫਿਰ ਇਹਨਾਂ ਨੂੰ ਵੀ ਫਿਕਰ ਪੈ ਗਿਆ ਕਿ ਸਦਾ ਤਾਂ ਗਵਰਨਰ ਨਹੀਂ ਰਹਿਣਾ, ਕੱਲ ਨੂੰ ਫੇਰ ਜਿਹੜਾ ਹੈਗਾ ਸਿਆਸਤ ਦੇ ਮੈਦਾਨ ਵਿੱਚ ਆਉਣਾ ਪੈਣਾ ਹੈ। ਬੰਦਾ ਕਈ ਵਾਰੀ ਆਪ ਨਾ ਹੀ ਆਉਂਦਾ ਤੇ ਉਹਦੇ ਬਾਲ ਬੱਚੇ ਆ ਜਾਂਦੇ, ਉਹਦਾ ਪਰਿਵਾਰ ਆ ਜਾਂਦਾ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਜੀ? ਤੇ ਮੈਂ ਕਹੂੰਗਾ ਕਿ ਜਿਵੇਂ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਨੇ ਮੋੜਾ ਕੱਟਿਆ ਸੀ, ਪਹਿਲਾਂ ਆਰਡੀਨੈਂਸਾਂ ਦੀ ਹਮਾਇਤ, ਸਾਰਾ ਟੱਬਰ ਤੇ ਸਾਰੇ ਸਪੋਕਸਪਰਸਨ ਜਿਹੜੇ ਬਹੁਤ ਵਧੀਆ ਕਾਨੂੰਨ ਹੈ ਜੀ, ਬਹੁਤ ਵਧੀਆ ਕੰਮ ਆ। ਇੱਕੋ ਗੱਲ ਢੋਲ ਵਜਾਈ ਜਾਂਦੇ ਸੀ, ਸ਼ਾਇਦ ਕੋਟ ਕੇ ਬੋਲਦੇ ਹੁੰਦੇ ਸੀ, ਭ੍ਰਮ ਫੈਲਾਤਾ ਜੀ, ਇਹ ਐ ਕਰਤਾ ਜੀ, ਇਹ ਤਿਮਕਾ ਕਰਤਾ ਜੀ। ਕੋਈ ਦੂਰਦਰਸ਼ਨ, ਕੋਈ ਰੇਡੀਓ ਟੀਵੀ ਚੈਨਲ ਜਿਹੜਾ ਆ ਗਿਆ ਤੇ ਨਾਲ ਦੀ ਨਾਲ ਮੁਹਾਰਨੀ ਰੱਟਣੀ ਸ਼ੁਰੂ ਕਰ ਦਿੰਦੇ ਸੀ। ਲੇਕਿਨ ਜਦੋਂ ਇਹ ਦੇਖਿਆ ਕਿ ਕਿਸਾਨ ਰੋਹ ਤਾਂ ਬਹੁਤ ਪ੍ਰਚੰਡ ਹੋ ਗਿਆ ਜੀ ਤੇ ਬਰੂਹਾਂ ਤੱਕ ਪਹੁੰਚ ਗਏ, ਤੇ ਜਿੱਦਣ ਫਿਰ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਸੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਵਾਸਤੇ, ਉਦੋਂ ਹਮਾਇਤ ਵੀ ਵਾਪਸ ਲੈ ਲਈ ਤੇ ਅਸਤੀਫਾ ਵੀ ਦਿੱਤਾ ਸੀ ਜੀ। ਹੁਣ ਉਹ ਉਹਦੇ ਹੱਕ ਵਿੱਚ ਬੋਲਦੇ ਹੈ, ਲੇਕਿਨ ਪਾਰਲੀਮੈਂਟ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਜਦੋਂ ਹੱਕ 'ਚ ਬੋਲਦੇ ਸੀ ਉਦੋਂ ਇੱਕ ਵਜ਼ੀਰ ਸਾਹਿਬ ਨੇ ਕਹਿਤਾ ਸੀ, ਬੀਬਾ ਜੀ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ, ਤੁਸੀਂ ਤਾਂ ਸਾਡੇ ਨਾਲ ਹੀ ਹੁੰਦੇ ਸੀ। ਤੇ ਉਹਦੇ ਫਿਰ ਗੱਲ ਬੜੀ ਖਿਚਾਈ ਜਾਂਦੀ। ਉਹੀ ਹਾਲਤ ਇਹਨਾਂ ਦੀ ਹੈ ਜੀ। ਉਦੋਂ ਇਹ ਘੱਟ ਗਿਣਤੀਆਂ ਦੇ ਖਿਲਾਫ ਵੀ ਬੋਲਦੇ ਸੀ, ਬੋਲੇ ਇਹ ਤੁਹਾਡੇ ਵਿੱਚ ਕਸ਼ਮੀਰ ਦੇ ਵਿੱਚ। ਤੇ ਹੁਣ ਇਹਨੂੰ ਮੈਂ ਕਹੂੰਗਾ ਪੋਲੀਟੀਕਲ ਅਪਰਚੂਨਿਸਟ। ਹਾਂ, ਇਹ ਪੋਲੀਟੀਕਲ ਜਿਹੜੀ ਮੌਕਾ ਪ੍ਰਸਤੀ ਹੈ ਉਹਦੇ ਚੱਲਦੇ ਹੁਣ ਇਹਨਾਂ ਨੇ ਕਹਿ ਦਿੱਤਾ ਜੀ ਤਾਂ ਕਾਨੂੰਨ ਬੜੇ ਮਾੜੇ ਬਣ ਗਏ।
ਸਰਕਾਰ ਨੂੰ ਚਾਹੀਦਾ ਜੀ ਇਹਨਾਂ ਦੇ ਕਾਨੂੰਨ ਜਿਹੜੇ ਹੈਗੇ ਵਾਪਸ ਲਵੇ। ਪਿਛਲੇ ਦਿਨਾਂ 'ਚ ਬਾਗਪਤ 'ਚ ਵੀ ਕਹਿਤਾ ਸੀ ਇਹਨਾਂ ਨੇ, ਕਹਿੰਦੇ ਜੀ ਦੇਖੋ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਪ੍ਰਧਾਨ ਮੰਤਰੀ ਨੂੰ ਵੀ ਜੀ, ਅਮਿਤ ਸ਼ਾਹ ਨੂੰ ਵੀ ਮੈਂ ਕਹਿ ਚੁੱਕਿਆ। ਇਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿੱਦਣ ਟਕੈਤ ਸਾਹਿਬ ਦੀ ਗ੍ਰਿਫਤਾਰੀ ਦੀ ਯੋਜਨਾ ਬਣਦੀ ਸੀ, ਰਾਤ ਨੂੰ ਗ੍ਰਿਫਤਾਰ ਕਰਨਾ ਸੀ, ਮੈਂ ਉਦੋਂ ਵੀ ਕਿਹਾ ਵੀ ਗ੍ਰਿਫਤਾਰ ਨਾ ਕਰੋ ਜੀ। ਇਹ ਯੂਪੀ 'ਚ ਗੱਲ ਕਹੀ ਹੈ ਜਾ ਕੇ, ਪਹਿਲਾਂ ਨਹੀਂ ਕਹੀ। ਅੱਛਾ ਜੀ, ਪਹਿਲਾਂ ਕਿਤੇ ਨਹੀਂ ਕਹੀ, ਕਿਉਂਕਿ ਯੂਪੀ ਦੇ ਵਿੱਚ ਉਹਨਾਂ ਦੀ ਹਮਦਰਦੀ ਹਾਸਲ ਕਰਨੀ। ਤੇ ਹੁਣ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਮੇਰੀ ਤਾਂ ਗੱਲ ਮੰਨੀ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ, ਤੇ ਇੱਕ ਪੱਤਰਕਾਰ ਉਹਨਾਂ ਦੇ ਬੜਾ ਕਰੀਬੀ ਹੈ ਜੀ, ਉਹ ਪੱਤਰਕਾਰ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ ਹੈ। ਤੇ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਜਾ ਕੇ PM ਸਾਹਿਬ ਨੂੰ ਐਡਵਾਈਸ ਕਰ ਕਿ ਉਹ ਕਿਸਾਨਾਂ ਦੀ ਮੰਗ ਮੰਨ ਲੈਣ, ਨਹੀਂ ਤਾਂ ਫਿਰ ਬਹੁਤ ਦੇਰ ਹੋ ਜਾਣੀ ਜੀ। ਕੱਲ ਉਹ ਆਏ ਸੀ ਝੁੰਝਣੂ ਰਾਜਸਥਾਨ 'ਚ, ਉੱਥੇ ਆ ਕੇ ਉਹਨਾਂ ਨੇ ਬੜਾ ਇੱਕ ਅਜੀਬ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਦੇਖੋ ਜੇ ਕੁੱਤੀ ਮਰ ਜਾਂਦੀ ਹੈ ਨਾ ਤੇ ਕੁੱਤੀ ਦਾ ਵੀ ਜਿਹੜਾ ਹੈ ਅਫਸੋਸ ਦਾ ਸੰਦੇਸ਼ ਭੇਜਦੇ ਆ ਲੀਡਰ, ਸ਼ੋਕ ਸੰਦੇਸ਼ ਭੇਜਦੇ ਆ, ਲੇਕਿਨ 250 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਤੇ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ। ਇਹ ਉਹਨਾਂ ਨੇ ਝੁੰਝਣੂ ਕਹੀ ਤੇ ਉਹ ਤੋਂ ਬਾਅਦ ਦਿੱਲੀ ਚਲੇ ਗਏ ਜੀ। ਦਿੱਲੀ ਜਾ ਕੇ ਫਿਰ ਉਹਨਾਂ ਨੇ ਇੱਕ TV ਚੈਨਲ ਦੇ ਨਾਲ ਗੱਲ ਕੀਤੀ ਔਰ TV ਚੈਨਲ ਦੇ ਤੇ ਵੀ ਉਹਨਾਂ ਨੇ ਜਾ ਕੇ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਦੁਹਰਾਈਆਂ। ਉੱਥੇ ਇੱਕ ਨਵੀਂ ਗੱਲ ਕਹਿ ਦਿੱਤੀ ਕਿ ਮੈਂ ਗਵਰਨਰ ਰਹਾਂ ਤੇ ਚਾਹੇ ਨਾ ਰਹਾਂ, ਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਰਹੂੰ। ਖੁਸ਼ਾਮਦੀਦ ਕਵਾਂਗੇ, ਚੰਗੀ ਗੱਲ ਹੈ। ਚੰਗੀ ਗੱਲ ਹੈ ਜੇ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਰਹੋਗੇ। ਚਲੋ ਜਿਹੜਾ ਉੱਥੇ ਤੋਂ ਬੱਜਰ ਪਾਪ ਹੋ ਗਿਆ ਜੰਮੂ ਕਸ਼ਮੀਰ ਵਾਲਾ, ਉਸ ਪਾਪ ਨੂੰ ਧੋਣ ਵਾਸਤੇ ਜੇ ਤੁਸੀਂ ਇਹ ਸਾਬਣ ਵਰਤ ਲਓ ਕਿਸਾਨ ਅੰਦੋਲਨ, ਵੀ ਚੰਗੀ ਗੱਲ ਹੈ, ਤਾਂ ਚੰਗੀ ਗੱਲ ਹੈ ਜੀ। ਤੇ ਹੁਣ ਢਿੱਲੋਂ ਸਾਹਿਬ ਆਪਾਂ ਗੱਲ ਕਰੀਏ ਤਾਂ ਕਹਿੰਦੇ ਇਲਾਹਾਬਾਦ ਯੂਨੀਵਰਸਿਟੀ ਹੈ ਜਿਹੜੀ ਕੇਂਦਰੀ ਯੂਨੀਵਰਸਿਟੀ ਹੈ, ਉਹਦੇ VC ਸਾਹਿਬ ਬੜੇ ਪਰੇਸ਼ਾਨ ਨੇ। ਰਾਤ ਨੂੰ ਬਹੁਤ ਉਸਲ ਵੱਟੇ ਲੈਂਦੇ ਨੇ, ਮੰਜਾ ਚੂੰ ਚੂੰ ਕਰਦਾ, ਨੀਂਦ ਨਹੀਂ ਆਉਂਦੀ, ਪਾਣੀ ਪੀ ਜਾਂਦੇ ਸਾਰੀ ਰਾਤ। BC ਸਾਹਿਬਾ ਜੀ, ਨਾ ਉਹਨਾਂ ਦਾ ਹੈਗਾ ਜੀ ਸੰਗੀਤਾ ਸ਼੍ਰੀਵਾਸਤਵ ਜੀ, ਸੈਂਟਰਲ ਯੂਨੀਵਰਸਿਟੀ ਦੀ VC ਹੈ, ਤੁਸੀਂ ਦੱਸ ਹੀ ਦਿੱਤਾ। ਤੇ ਇਹਨਾਂ ਨੇ ਪ੍ਰਯਾਗਰਾਜ, ਮੇਰਾ ਖਿਆਲ ਪ੍ਰਯਾਗਰਾਜ ਇਲਾਹਾਬਾਦ ਨੂੰ ਕਿਹਾ ਨਾ ਬਦਲ ਕੇ ਉਹਦਾ ਰੱਖਤਾ ਸੀ। ਉਹਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਇੱਕ ਚਿੱਠੀ ਲਿਖਤੀ ਵੀ ਸਵੇਰੇ 5 ਵਜੇ ਜੀ ਜਦੋਂ ਮਸਜਿਦ ਖੁੱਲ੍ਹਦੀ ਹੈ ਤੇ ਮਸਜਿਦ ਦੇ ਵਿੱਚ ਫਿਰ ਅਜ਼ਾਨ ਆਉਂਦੀ ਹੈ ਜੀ, ਕਹਿੰਦੇ ਜੀ ਮੇਰੀ ਉਦੋਂ ਨੀਂਦ ਟੁੱਟ ਜਾਂਦੀ ਹੈ। ਅੱਛਾ, ਅਜ਼ਾਨ ਦੀ ਆਵਾਜ਼ ਸੁਣ ਕੇ ਤੇ ਫਿਰ ਮੈਨੂੰ ਨੀਂਦ ਮੁੜ ਕੇ ਆਉਂਦੀ ਨਹੀਂ, ਮੈਂ ਬੜੀ ਬੇਚੈਨ ਰਹਿੰਦੀ ਹਾਂ। ਬਾਅਦ ਦੇ ਵਿੱਚ ਕਹਿੰਦੀ ਫਿਰ ਦਿਨ ਭਰ ਸਿਰ ਵੀ ਦਰਦ ਕਰਦਾ ਰਹਿੰਦਾ ਹੈ ਔਰ ਮੈਂ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਆਪਣਾ ਕੰਮ ਧੰਦਾ ਵੀ ਨਹੀਂ ਕਰ ਸਕਦੀ, ਤੇ ਕਿਰਪਾ ਕਰਕੇ ਇਹਨੂੰ ਰੁਕਵਾਓ ਜੀ। ਉਹਨਾਂ ਨੇ ਜੀ ਚਲੋ ਪੁਲਿਸ ਨੂੰ ਭੇਜਤੀ, ਪੁਲਿਸ ਉਹਨਾਂ ਦੀ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਜਿਹੜੇ ਮੌਲਵੀ ਧਾਰਮਿਕ ਆਗੂ ਹੈ ਮੁਸਲਮਾਨਾਂ ਦੇ, ਜੀ, ਉਹਨਾਂ ਨੇ ਕਿਹਾ ਜੀ ਵੀ ਇਹ ਗੰਗਾ ਜਮਨੀ ਤਹਿਜੀਬ ਹੈ ਜਿਹੜੀ, ਇਹ ਤਾਂ ਇੱਕ ਉਹਦਾ ਹਿੱਸਾ ਹੈ। ਇਹ ਜਿੱਥੇ ਇਲਾਹਾਬਾਦ ਆ ਜਾਂ ਪ੍ਰਯਾਗਰਾਜ ਹੈ, ਇਹ ਉਹ ਜਗ੍ਹਾ ਵੀ ਇੱਕ ਪਾਸੇ ਮੰਦਿਰ ਦੇ ਵਿੱਚੋਂ ਵੀ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ, ਦੂਜੇ ਪਾਸੇ ਅਜ਼ਾਨ ਦੀ ਆਵਾਜ਼ ਆਉਂਦੀ ਹੈ। ਇਹ ਗੰਗਾ ਜਮਨੀ ਤਹਿਜ਼ੀਬ ਆ, ਕਿਉਂਕਿ ਉੱਥੇ ਸੰਗਮ ਹੈ ਨਾ, ਗੰਗਾ ਜਮਨਾ, ਅਸੀਂ ਇੱਕ ਦੂਜੇ ਦਾ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਐਸੀ ਤਾਂ ਕੋਈ ਗੱਲ ਹੈ ਨਹੀਂ। ਹਾਂ, ਜੇ ਤੁਹਾਡੀ ਨੀਂਦ ਦੇ ਵਿੱਚ ਕੋਈ ਵਿਘਨ ਪੈਂਦਾ ਤਾਂ ਅਸੀਂ ਸਪੀਕਰਾਂ ਦਾ ਮੂੰਹ ਚੇਂਜ ਕਰਦੇ, ਦੂਜੇ ਪਾਸੇ ਬੋਲਦੇ, ਜਿੱਧਰ ਤੁਹਾਡਾ ਘਰ ਆ ਉਧਰ ਨਹੀਂ ਹੋਣਗੇ, ਆਵਾਜ਼ ਅਸੀਂ ਘੱਟ ਕਰ ਦਿੰਦੇ। ਇਹ ਗੱਲ ਠੀਕ ਨਹੀਂ ਕਿ ਤੁਸੀਂ ਇਹਦੇ ਤੇ ਇਹਨੂੰ ਵੱਧ ਨਾ ਕਰਵਾਓ। ਪਰ ਉਹ ਬੀਬੀ ਕਿਉਂਕਿ ਬੜੀ ਪਾਵਰਫੁਲ ਹੈ, ਪਹੁੰਚ ਹੈ ਉਹਨਾਂ ਦੀ, ਤੇ ਉਹ ਜਿਹੜਾ ਸੈਂਟਰਲ ਯੂਨੀਵਰਸਿਟੀ ਦਾ ਉਹ RSS ਦੇ ਨੇੜੇ ਹੋਊ ਤੇ ਉੱਤੇ ਪਹੁੰਚੂ। ਇਹਦਾ ਵੈਸੇ ਵੀ ਮੇਰਾ ਖਿਆਲ ਹੈ ਸ਼ਾਇਦ ਉਹਨਾਂ ਦਾ ਕੋਈ ਜੁਡੀਸ਼ਰੀ ਦੇ ਵਿੱਚ ਵੀ ਹੈ ਥੋੜਾ ਬਹੁਤਾ। ਇਹ ਗੱਲ ਜਦੋਂ ਆ ਗਈ ਤਾਂ ਇਹਦੇ ਤੇ ਹੁਣ ਇੱਕ ਉੱਥੇ ਕਲੇਸ਼ ਖੜਾ ਹੋ ਗਿਆ ਜੀ। ਪੁਲਿਸ ਵਾਲੇ ਕਹਿੰਦੇ ਜੀ ਅਸੀਂ ਕਾਨੂੰਨੀ ਰਾਏ ਲੈ ਰਹੇ ਹਾਂ, ਤੇ ਇਹਦੇ ਬਾਰੇ ਵੈਸੇ ਇਹਦੀ ਜਿਹੜੀ ਸਥਿਤੀ ਕੀ ਹੈ, ਜਾਤੀ ਤੌਰ ਦੇ ਉੱਤੇ, ਵਿਅਕਤੀਗਤ ਤੌਰ ਦੇ ਉੱਤੇ ਮੈਂ ਇਸ ਗੱਲ ਦੇ ਖਿਲਾਫ ਹਾਂ ਜੀ। ਚਾਹੇ ਮੰਦਿਰ, ਚਾਹੇ ਮਸੀਤ ਹੈ, ਚਾਹੇ ਗੁਰੂ ਘਰ ਹੈ, ਜਿਹੜੀ ਹੈ ਆਵਾਜ਼ ਉਨੀ ਅੰਦਰ ਹੀ ਰੱਖੋ ਜੀ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤਾਂ ਕਰਦੇ ਹੀ ਹੋ ਤੁਸੀਂ। ਨਹੀਂ, ਸਾਡੇ ਆਪਣੇ ਵੀ ਹੈਗੀ ਹੈ। ਮੈਂ ਲੁਧਿਆਣੇ ਇੱਕ ਮਰਗ ਦੇ ਭੋਗ ਤੇ ਗਿਆ ਸੀ ਜੀ। ਉੱਥੇ ਲੁਧਿਆਣੇ ਮੈਂ ਦੇਖਿਆ ਕਿ ਸਿਰਫ ਤੇ ਸਿਰਫ ਜਿਹੜਾ ਹਾਲ ਕਮਰਾ ਸੀ ਜਿੱਥੇ ਗੁਰੂ ਮਹਾਰਾਜ ਸਾਹਿਬ ਪ੍ਰਕਾਸ਼ ਹੈਗੇ ਜੀ, ਉਹਦੇ ਅੰਦਰ ਹੀ ਆਵਾਜ਼ ਆਉਂਦੀ ਸੀ ਬੜੀ ਵਧੀਆ, ਤੇ ਗੁਰੂ ਘਰ ਦੇ ਦੂਜੇ ਹਿੱਸੇ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਸੀ ਕਿ ਉੱਥੇ ਕੁਝ ਚੱਲਦਾ ਹੈ। ਵੈਸੇ ਵੀ ਜੇ ਆਪਾਂ ਦੇਖੀਏ, ਸਾਡੇ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਹੈਗੇ ਸਿੰਘ ਸਾਹਿਬਾਨ, ਤਖਤਾਂ ਦੇ ਸਿੰਘ ਸਾਹਿਬਾਨ ਜਿਹੜੇ ਹੈਗੇ, ਉਹਨਾਂ ਸਿੰਘ ਸਾਹਿਬਾਨ ਨੇ ਕਾਫੀ ਸਮਾਂ ਪਹਿਲਾਂ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਕਿ ਤੁਸੀਂ ਜਿਹੜੀ ਹੈਗੀ ਆ ਆਵਾਜ਼ ਗੁਰੂ ਘਰ ਦੇ ਅੰਦਰ ਰੱਖੋ, ਬੱਚਿਆਂ ਦੇ ਇਮਤਿਹਾਨਾਂ ਦੇ ਵਿੱਚ ਜਿਹੜਾ ਵਿਘਨ ਪੈਂਦਾ ਹੈ ਜੀ। ਆਪਾਂ ਕੰਮ ਤਾਂ ਕਰਦੇ ਹਾਂ, ਕੋਈ ਵੀ ਹੈ, ਚਾਹੇ ਸਾਡੇ ਧਰਮ ਦਾ ਸਪੀਕਰ ਹੋਵੇ, ਚਾਹੇ ਕਿਸੇ ਹੋਰ ਦਾ ਹੋਵੇ, ਬਿਲਕੁਲ ਇਹ ਗੱਲ ਜਿਹੜੀ ਹੈਗੀ ਇਹ ਸਾਡੀ ਵਿਅਕਤੀਗਤ ਰਾਏ ਹੈ। ਪਰ ਜੇ ਇਹਨੂੰ ਅਸੀਂ ਸਮਾਜਿਕ ਤੌਰ ਤੇ ਦੇਖਾਂਗੇ, ਸਮਾਜਿਕ ਤੌਰ ਤੇ ਫਿਰ ਕਾਫੀ ਉਲਝਣਾਂ ਪੈਦਾ ਹੁੰਦੀਆਂ ਜੀ। ਇੱਕ ਤਾਂ ਇਹ ਹੈ ਕਿ ਪਹਿਲਾਂ ਵੀ ਕੇਸ ਕਿਸਮ ਦੀ ਜਿਹੜੀ ਪਟੀਸ਼ਨ ਦਾਇਰ ਹੋਈ ਸੀ, ਇਲਾਹਾਬਾਦ ਹਾਈ ਕੋਰਟ 'ਚ ਹੋਈ ਸੀ। ਉੱਥੇ ਕਿਸੇ ਨੇ ਮੰਗ ਕੀਤੀ ਸੀ ਜੀ ਵੀ ਇਹਨੂੰ ਬੰਦ ਕਰੋ, ਤੇ 2020 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਕਰਤਾ ਸੀ ਕਿ ਇਹਨਾਂ ਦੀ ਅਜ਼ਾਨ ਬੰਦ ਨਹੀਂ ਕੀਤੀ ਜਾ ਸਕਦੀ, ਲੇਕਿਨ
ਸੁਪਰੀਮ ਕੋਰਟ ਦਾ ਫੈਸਲਾ, ਹਾਈ ਕੋਰਟ ਦੇ ਕੁਝ ਫੈਸਲੇ ਆਵਾਜ਼ ਨੂੰ ਲੈ ਕੇ ਜੀ ਕਿ ਆਵਾਜ਼ ਘੱਟ ਹੋਣੀ ਚਾਹੀਦੀ, ਉਹ ਆਪਾਂ ਵੀ ਕਹਿੰਦੇ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਵੀ ਜੇ ਅਜਾਨ ਬੰਦ ਹੁੰਦੀ ਹੈ, ਪ੍ਰਸ਼ਾਸਨ ਦਬਾਅ ਥੱਲੇ ਆ ਕੇ ਕਿ ਵਾਈਸ ਚਾਂਸਲਰ ਹੈ, ਚਲੋ ਪੋਲੀਟੀਕਲ ਲਿੰਕ ਵੀ ਹੈ, ਦੂਸਰੇ ਲਿੰਕ ਵੀ ਹੈ, ਬਿਊਰੋਕ੍ਰੈਟਿਕਲ ਲਿੰਕ ਵੀ ਹੈ, ਉਹ ਇਹਨੂੰ ਬੰਦ ਕਰਵਾਉਂਦੇ ਹੈ, ਤਾਂ ਫਿਰ ਕਲੇਸ਼ ਖੜਾ ਹੋ ਜਾਊਗਾ ਤੇ ਅਗਲੀ ਵਾਰੀ ਗੁਰਦੁਆਰੇ ਦੀ ਆ ਜੂ, ਗੁਰਦੁਆਰੇ ਦੀ ਆ ਜਾਣੀ ਹੈ। ਉਹਨਾਂ ਨੇ ਕਹਿਣਾ ਜੀ ਤਾਂ ਗੁਰਦੁਆਰੇ ਵਾਲੇ ਤਾਂ ਬਹੁਤ ਭੈੜੇ ਲੱਗਦੇ, ਇਹਨਾਂ ਨੂੰ ਬੰਦ ਕਰਾ ਦਿਓ। ਫਿਰ ਗੁਰਦੁਆਰੇ ਵਾਲੇ ਤੇ ਮਸੀਤ ਵਾਲੇ ਕਹਿਣਗੇ ਜੀ ਇਹ ਮੰਦਰ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਉੱਥੋਂ ਫਿਰ ਇੱਕ ਕਨਫਲਿਕਟ ਪੈਦਾ ਹੋਊਗਾ, ਝਗੜਾ ਪੈਦਾ ਹੋਊ ਜੀ। ਔਰ ਉਸ ਝਗੜੇ ਦੇ ਵਿੱਚੋਂ ਕੀ ਨਿਕਲੂਗਾ? ਉਹਦੇ ਵਿੱਚੋਂ ਨਿਕਲੀਆਂ ਪ੍ਰਾਈਮ ਟਾਈਮ ਡਿਬੇਟਾਂ, ਤੇ ਪ੍ਰਾਈਮ ਟਾਈਮ ਡਿਬੇਟਾਂ ਦੇ ਉੱਤੇ ਜਿਹੜੇ ਐਂਕਰ ਬੈਠਣਗੇ ਫਿਰ ਉਹ ਤਿੰਗ ਤਿੰਗ ਕੇ ਫਿਰ ਉਹ ਪੁੱਛਣਗੇ ਮੁਸਲਮਾਨਾਂ ਨੇ ਐਂ ਕਰਤਾ, ਉਹ ਫਿਰ ਮੁੱਦਾ ਹਿੰਦੂ ਤੇ ਮੁਸਲਮਾਨ ਬਣਨਾ। ਅੱਗੇ ਯੂਪੀ ਦੇ ਵਿੱਚ 2022 ਦੇ ਵਿੱਚ ਆ ਗਈਆਂ ਜੀ ਵਿਧਾਨ ਸਭਾ ਦੀਆਂ ਚੋਣਾਂ। ਜੀ ਵੈਸੇ ਤਾਂ ਯੂਪੀ ਦਾ ਬੁਰਾ ਹਾਲ ਹੈ ਇਸ ਵੇਲੇ, ਆਪਾਂ ਨੂੰ ਪਤਾ ਕਿਸਾਨ ਅੰਦੋਲਨ ਨੇ ਉਹਨਾਂ ਦੀ ਘੁੱਗੀ ਬੰਦ ਟੈਟ ਕੀਤੀ ਹੋਈ ਹੈ, ਪੂਰੀ ਤਰ੍ਹਾਂ ਗਲ 'ਚ ਗੂਠਾ ਆਇਆ ਹੋਇਆ ਸਰਕਾਰ ਦੇ। ਤਾਂ ਹੁਣ ਚੋਣ ਜਿੱਤਣ ਵਾਸਤੇ ਫਿਰ ਕੋਈ ਨਾ ਕੋਈ ਪਰਪੰਚ ਤਾਂ ਚਾਹੀਦਾ। ਬਿਲਕੁਲ ਮੇਰਾ ਖਿਆਲ ਹੈ ਵੀ ਇਦੋਂ ਵੱਡਾ ਪਰਪੰਚ ਹੋਰ ਕੋਈ ਹੋ ਨਹੀਂ ਸਕਦਾ, ਕਿਉਂਕਿ ਕਮਿਊਨਿਟੀ ਨੂੰ, ਭਾਈਚਾਰੇ ਨੂੰ ਤੁਸੀਂ ਫਿਰਕੂ ਆਧਾਰ ਤੇ ਵੰਡ ਦਿਓ ਜੀ, ਜਿਹੜੀ ਹੈਗੀ ਕਮਿਊਨਲ ਪੋਲਰਾਈਜੇਸ਼ਨ ਕਰ ਦਿਓ। ਇਹ ਮੇਰੇ ਖਿਆਲ ਹੈ ਉਸ ਪਾਸੇ ਨੂੰ ਗੱਲ ਜਾਂਦੀ ਹੈ, ਗੱਲ ਮਾੜੀ ਹੈ। ਇਹ ਚਲੋ ਸਾਹਿਬ, ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਬੜਾ ਕਿਸੇ ਦੇ ਕਿਸੇ ਟੀਕ, ਜਿਵੇਂ ਪਿੰਡਾਂ 'ਚ ਕਹਿੰਦੇ ਆ ਨਾ ਵੀ ਹੁੱਜਾਂ ਲਾ ਲਾਵੇਂਦੇ ਆ। ਹਾਂਜੀ, ਇਹ ਹੁੱਜਾਂ ਮਾੜੀਆਂ ਹੁੰਦੀਆਂ। ਬਿਲਕੁਲ। ਇਹ ਕਈ ਵਾਰੀ ਹੁੱਜ ਲਾਉਂਦਾ ਬਹੁਤ ਕੁਛ ਹੋ ਜਾਂਦਾ, ਨੁਕਸਾਨ ਬੜਾ ਹੋ ਜਾਂਦਾ, ਨੁਕਸਾਨ ਬੜਾ ਹੋ ਜਾਂਦਾ। ਭਾਈਚਾਰਕ ਸਾਂਝ ਦੇ ਉੱਤੇ ਜਦੋਂ ਸੱਟ ਪੈਂਦੀ ਹੈ ਨਾ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਜੀ, ਬਹੁਤ ਜ਼ਿਆਦਾ ਹੁੰਦਾ। ਥੋੜਾ ਨੁਕਸਾਨ ਨਹੀਂ ਹੁੰਦਾ, ਬਚਣਾ ਚਾਹੀਦਾ। ਢਿੱਲੋਂ ਸਾਹਿਬ, ਇੱਕ ਨਾ ਆਪਣੇ ਪਿੰਡਾਂ 'ਚ ਗੱਲ ਕਰਦੇ ਹੁੰਦੇ ਆ ਸੰਗ ਦੀ ਜੀ। ਕਹਿੰਦੇ ਵੀ ਜਦੋਂ ਕੋਈ ਬੰਦੇ 'ਚ ਜਿੰਨੀ ਦੇਰ ਸੰਗ ਆ ਉਨੀ ਦੇਰ ਜ਼ਿਆਦਾ। ਜਦੋਂ ਕਹਿੰਦੇ ਜੇ ਉਹ ਊੜਾ ਵੇਚਤਾ, ਉਹਨੇ ਕਨਾਲ ਮਰਲਾ ਵੇਚਤਾ, ਕਹਿੰਦੇ ਫਿਰ ਤਾਂ ਸੰਗ ਜੀ ਲੈ ਜਾਂਦੀ ਹੈ। ਫਿਰ ਇਹ ਵੀ ਕਹਿੰਦੇ ਆ ਭਾਈ ਜੇ ਤੁਸੀਂ ਕੰਧ ਤੋਂ ਇੱਕ ਇੱਟ ਵੀ ਚੱਕ ਲਓ ਤਾਂ 6 ਮਹੀਨਿਆਂ ਨੂੰ ਕੰਧ ਨਹੀਂ ਰਹਿੰਦੀ। ਕੋਈ ਤੇ ਕਹਿ ਦਿੰਦੇ ਆ ਵੀ ਆਹ ਤੁਸੀਂ ਡਹੀ ਥੱਲੇ ਲਾ ਲਓ, ਕਿਤੇ ਓਟਾ ਲਾ ਲਓ, ਕਿਤੇ ਜਵਾਕਾਂ ਦੇ ਹੱਗਣ ਲਈ ਰੱਖ ਦਿਓ, ਉਹ ਕਹਿੰਦੇ ਕੰਧ ਹੀ ਖਤਮ ਹੋ ਜਾਂਦੀ ਹੈ। ਬਿਲਕੁਲ। ਕਹਿੰਦੇ ਹੁਣ ਮੋਦੀ ਸਾਹਿਬ ਵੀ ਉਸੇ ਕੰਮ ਤੇ ਲੱਗੇ ਹੋਏ ਆ। ਮੋਦੀ ਸਾਹਿਬ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਸਤੇ ਮਸ਼ਕਾਂ ਕਰ ਰਹੇ ਸੀ ਜੀ, ਕੰਪੇਨ ਕਰ ਰਹੇ ਸੀ, ਉਦੋਂ ਇਹਨਾਂ ਦਾ ਇੱਕ ਨਾਰਾ ਸੀ ਕਿ ਨਾ ਖਾਊਂਗਾ ਤੇ ਨਾ ਖਾਣੇ ਦੂੰਗਾ। ਦੂਜਾ ਇਹਨਾਂ ਦਾ ਨਾਰਾ ਸੀ ਇਸ ਦੇਸ਼ ਕੋ ਵਿਕਣੇ ਨਹੀਂ ਦੂੰਗਾ ਜੀ। ਬਹੁਤ ਵਧੀਆ ਗੱਲ ਹੈ ਜੀ, ਵਿਕਣ ਨਾ ਦਿੱਤਾ ਜਾਵੇ। ਔਰ ਜੇ ਅਸੀਂ ਦੇਖੀਏ ਸਾਡਾ ਜਿਹੜਾ ਹੈਗਾ ਜਾਇਦਾਦਾਂ ਜੀ, ਤਾਂ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਆਪਾਂ ਬਹੁਤ ਸਾਰੇ ਵੱਡੇ ਵੱਡੇ ਘਰ ਦੇਖੇ ਜਿਨ੍ਹਾਂ ਦੇ ਕੋਲੇ ਮੋਟੀਆਂ ਜਾਇਦਾਦਾਂ ਹੁੰਦੀਆਂ ਜੀ, ਲੇਕਿਨ ਉਹ ਕੰਮ ਧੰਦਾ ਨਹੀਂ ਕਰਦੇ, ਬੈਲਾ ਐਬਾਂ 'ਚ ਪੈ ਜਾਂਦੇ। ਹੌਲੀ ਹੌਲੀ ਕਰਕੇ ਪਹਿਲਾਂ ਤਾਂ ਜਿਹੜੀ ਘਰੇ ਪੂੰਜੀ ਹੁੰਦੀ ਉਹ ਖਤਮ ਕਰ ਲੈਂਦੇ, ਫਿਰ ਜ਼ਮੀਨ ਨੂੰ ਵਾਢਾ ਧਰ ਲੈਂਦੇ। ਅਖੀਰ ਹਾਲਤ ਇਹ ਹੋ ਜਾਂਦੀ ਕਿ ਜਿਹੜੀ ਘਰੇ ਮਸ਼ੀਨਰੀ ਹੁੰਦੀ ਹੈ ਉਹਨੂੰ ਵੀ ਕੁਆੜ 'ਚ ਵੇਚਣ ਲੱਗ ਪੈਂਦੇ ਆ ਜੀ, ਤੇ ਅਲਟੀਮੇਟਲੀ ਫਿਰ ਜਿਹੜਾ ਹੈਗਾ ਘਰ ਖੋਲੇ ਬਣ ਜਾਂਦੇ। ਤੇ ਮੈਂ ਬੜੇ ਘਰ ਜਿਹੜੇ ਹੈਗੇ ਖੰਡਰ ਦੇਖਿਆ, ਵੱਡੀਆਂ ਵੱਡੀਆਂ ਹਵੇਲੀਆਂ, ਤੁਸੀਂ ਵੀ ਦੇਖਿਆ ਹੋਣਾ ਆਪਣੇ ਪਿੰਡਾਂ ਦੇ ਵਿੱਚ, ਹਰ ਪਿੰਡ ਦੇ ਵਿੱਚ ਇੱਕ ਅੱਧਾ ਤੁਹਾਨੂੰ ਮਿਲ ਜਾਂਦੀ, ਮਿਸਾਲ ਮਿਲ ਜਾਂਦੀ ਹੈ ਵੀ ਕਦੇ ਇੱਥੇ ਸਰਦਾਰ ਫਲਾਨਾ ਸਿੰਘ ਬੈਠਾ ਹੁੰਦਾ ਸੀ ਤੇ ਅੱਜ ਇਹਨਾਂ ਦੀ ਹਾਲਤ ਕੀ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੀ ਹੈਗੀ ਮਾੜੀ ਮੈਨੇਜਮੈਂਟ ਦੇ ਹੱਥ, ਮਾੜੇ ਬੰਦਿਆਂ ਦੇ ਹੱਥ ਜਦੋਂ ਮੈਨੇਜਮੈਂਟ ਆ ਜੇ ਉਹ ਤਬਾਹ ਕਰ ਦਿੰਦੇ। ਅਸੀਂ ਨਹੀਂ ਕਹਿੰਦੇ ਨਰਿੰਦਰ ਮੋਦੀ ਸਾਹਿਬ ਬਹੁਤ ਮਾੜੇ, ਬਹੁਤ ਚੰਗੇ ਬੰਦੇ ਹੈ, ਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਫੈਸਲੇ ਆ ਉਹਨਾਂ ਨੂੰ ਦੇਖਣਾ ਪਊ। ਇੱਕ ਵਾਰੀ ਰਾਤ ਨੂੰ ਉੱਠ ਕੇ 8 ਵਜੇ ਇਹਨਾਂ ਨੇ ਐਲਾਨ ਕਰਤਾ ਸੀ ਜੀ ਨੋਟਬੰਦੀ। ਇਹ ਉਦੋਂ ਤਾਂ ਦੌਰਾ ਹੀ ਪੈ ਜਾਂਦਾ ਸੀ ਜੇ ਕਿਤੇ ਰਾਤ ਨੂੰ ਉੱਠ ਕੇ ਥੋੜਾ ਜਿਹਾ ਆ ਗਏ ਟੈਲੀਵਿਜ਼ਨ ਤੇ ਵੀ ਕਿਤੇ ਮਾਰੇ ਹੋਰ ਹੀ ਨਾ ਕੁਛ ਕਰ ਦੇਣ। ਠੀਕ ਹੈ ਜੀ, ਉਹ ਵੀ ਰਾਤ ਨੂੰ ਹੋਈ ਨੋਟਬੰਦੀ। ਫਿਰ GST ਉਹ ਵੀ ਰਾਤ ਨੂੰ ਹੀ ਪਾਰਲੀਮੈਂਟ 9 ਵਜੇ ਦਾ ਟਾਈਮ ਲੱਗ ਰੱਖਦੇ ਹੁੰਦੇ ਸੀ ਨਾ ਅੱਗੇ ਦਿਨ। ਹਾਂ, ਜਗਮਗਾਉਂਦੀ ਰਹੀ ਹੈ ਪਾਰਲੀਮੈਂਟ ਸਾਰੀ ਰਾਤ ਕਿ ਬੜੇ ਇਤਿਹਾਸਕ ਫੈਸਲੇ ਹੋ ਗਏ। ਤੇ ਇਹਨਾਂ ਦੋਨਾਂ ਫੈਸਲਿਆਂ ਨੇ ਫਿਰ ਜਿਹੜੀ ਤਬਾਹੀ ਕੀਤੀ ਜੀ ਉਹ ਆਪਣੇ ਸਾਹਮਣੇ ਹੈ। ਫਿਰ ਕਰੋਨਾ ਵਾਲੀ ਮਹਾਮਾਰੀ ਆ ਗਈ ਜੀ, ਤੇ ਬਗੈਰ ਰਿਜ਼ਲਟ ਸੋਚਿਆ ਕਿ ਨਤੀਜਾ ਕੀ ਨਿਕਲੂਗਾ, ਲੱਖਾਂ ਕਰੋੜਾਂ ਲੋਕ ਬੇਰੁਜ਼ਗਾਰ ਹੋ ਜਾਣਗੇ, ਉਹ ਆਪਣੇ ਘਰਾਂ ਨੂੰ ਕਿਵੇਂ ਜਾਣਗੇ ਜੀ, ਉਹ ਖਾਣਗੇ ਕੀ ਤੇ ਪੀਣਗੇ ਕੀ, ਤੇ ਫੈਕਟਰੀਆਂ ਬੰਦ ਹੋ ਜਾਣਗੀਆਂ। ਇੱਕਦਮ ਫਿਰ ਇਹਨਾਂ ਨੇ ਜੀ ਲੋਕਬੰਦੀ, ਆਪਣੀ ਤਾਲਾਬੰਦੀ ਕਰਤੀ। ਤੇ ਤਾਲਾਬੰਦੀ ਦਾ ਹੋਇਆ ਕੀ ਉਹ ਆਪਾਂ ਸਾਰਿਆਂ ਨੇ ਦੇਖਿਆ, ਕਿਵੇਂ ਲੋਕ ਗੱਡੀਆਂ ਥੱਲੇ ਆ ਕੇ ਮਰ ਗਏ, ਕਿਵੇਂ ਲੋਕ ਮਤਲਬ ਜਿਹੜੇ ਹੈਗੇ ਟਰੱਕਾਂ ਮੋਟਰਾਂ ਥੱਲੇ ਆ ਕੇ ਦਰੜੇ ਗਏ, ਕਿਵੇਂ ਨੌਜਵਾਨ ਕੁੜੀਆਂ ਆਪਣੇ ਪਿਤਾ ਨੂੰ ਖਿੱਚੀ ਫਿਰਦੀਆਂ ਸਾਈਕਲਾਂ ਦੇ ਵਿਚਾਰੇ। ਇਹ ਇਹਨਾਂ ਦੀ ਮੈਨੇਜਮੈਂਟ ਹੈ। ਹੁਣ ਆਪਾਂ ਗੱਲ ਕਰ ਲਈਏ ਜਾਇਦਾਦਾਂ ਵੇਚਣ ਵਾਲੀ। ਆਪਣੇ ਜਿਹੜਾ ਪਲੈਨਿੰਗ ਕਮਿਸ਼ਨ ਹੁੰਦਾ ਸੀ ਜੀ, ਪਲੈਨਿੰਗ ਕਮਿਸ਼ਨ ਇੱਕ ਸੰਵਿਧਾਨਕ ਬਾਡੀ ਹੈ ਔਰ ਉਸ ਬਾਡੀ ਦਾ ਕੰਮ ਸੀ ਕਿ ਯੋਜਨਾਵਾਂ ਤਿਆਰ ਕਰਨੀਆਂ ਜੀ। ਪਹਿਲਾਂ ਜੇ ਆਪਾਂ ਭਾਰਤ ਦੀ ਤਰੱਕੀ ਦੀ ਗੱਲ ਕਰੀਏ ਤਾਂ 5 ਸਾਲਾ ਯੋਜਨਾਵਾਂ ਹੁੰਦੀਆਂ ਸੀ। 5 ਸਾਲਾਂ ਲਈ ਯੋਜਨਾ ਪਲੈਨਿੰਗ ਕਮਿਸ਼ਨ ਇੱਕ ਤਿਆਰ ਕਰਕੇ ਸਰਕਾਰ ਨੂੰ ਦਿੰਦਾ, ਸਰਕਾਰ ਨੂੰ ਅਡਾਪਟ ਕਰਦੀ ਤੇ ਫਿਰ ਉਹਦੇ ਤੇ ਸਰਕਾਰ ਅਮਲ ਕਰਦੀ ਜੀ ਜੀ।
ਜੇ ਅਸੀਂ ਭਾਰਤ ਦੀ ਤਰੱਕੀ ਦਾ ਦੇਖੀਏ ਇਤਿਹਾਸ, ਤੇ ਇਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਜ਼ਮਾਨੇ 'ਚ ਹੋਈ ਹੈ। ਜਿਹੜੀ ਬੇਸਿਕ ਜਿਹਨੂੰ ਅਸੀਂ ਕਹਿੰਦੇ ਬੁਨਿਆਦੀ ਢਾਂਚਾ, ਜੀ ਬੁਨਿਆਦੀ ਢਾਂਚਾ ਉਹਨਾਂ ਨੇ ਉਸਾਰਿਆ ਸੀ। ਔਰ ਉਹ ਤੋਂ ਬਾਅਦ ਫਿਰ ਇੰਦਰਾ ਗਾਂਧੀ ਆ ਗਈ, ਲਾਲ ਬਹਾਦਰ ਸ਼ਾਸਤਰੀ ਉਹਨਾਂ ਨੂੰ ਥੋੜਾ ਸਮਾਂ ਮਿਲਿਆ ਸੀ ਜੀ। ਇੰਦਰਾ ਗਾਂਧੀ ਨੇ ਵੀ ਜਿਹੜੀ ਹੈਗੀ 14 ਵੱਡੇ ਬੈਂਕਾਂ ਦਾ ਕੌਮੀਕਰਨ ਕੀਤਾ ਸੀ ਜੀ, ਰਾਜਾਂ ਦੇ ਪੱਤੇ ਬੰਦ ਕਰਤੇ ਸੀ। ਚਲੋ ਬਹੁਤ ਕੁਛ ਹੁੰਦਾ ਹੈ। ਇਹ ਫਿਰ ਅਗਲੀ ਜਿਹੜੀ ਆਉਂਦੀ ਹੈ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਜਿਹਨੂੰ ਅਸੀਂ ਉਦਾਰਵਾਦੀ ਕਹਿ ਦਿੰਦੇ ਹਾਂ। ਉਦਾਰਵਾਦੀ ਜਿਹੜੀ ਹੈ ਲਿਬਰਲ ਆਰਥਿਕਤਾ ਵਾਲੇ ਮਾਮਲੇ। ਜੀ ਉਦੋਂ ਜਿਹੜੀ ਸੰਸਾਰ ਪੱਧਰ ਦੀ ਵਰਲਡ ਬੈਂਕ ਲਾ ਲਓ ਜਾਂ ਟ੍ਰੇਡ ਆਪਣੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO, ਉਹਨਾਂ ਨੇ ਇੱਕ ਯੋਜਨਾਵਾਂ ਬਣਾਈਆਂ ਕਿ ਸਰਕਾਰਾਂ ਦਾ ਕੰਮ ਨਹੀਂ, ਜਿਹੜੇ ਆ ਲੋਕ ਭਲਾਈ ਦੇ ਕੰਮ ਹੈ ਇਹਦੇ ਵਿੱਚ ਰਹਿਣ। ਸਿੱਖਿਆ ਹੋਇਆ, ਹੈਲਥ, ਇਹ ਸਾਰਾ ਵੀ ਇਹ ਤਾਂ ਕਰ ਦਿਓ ਜੀ, ਵਪਾਰੀਆਂ ਦਾ ਕਾਰੋਬਾਰੀਆਂ ਦਾ ਕੰਮ ਹੈ ਜੀ। ਹੁਣ ਟ੍ਰੇਨਾਂ ਚਲਾਉਣੀਆਂ, ਸਾਰਾ ਕੁਝ ਚਲਾਉਣਾ। ਇਹ ਇੱਕ ਜਿਹੜਾ ਹੈਗਾ ਟ੍ਰੈਂਡ ਹੋਇਆ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਗੈਟ ਸਮਝੌਤੇ ਦੇ ਤਹਿਤ ਇੱਕ ਦਸਤਖਤ ਹੋਏ ਸੀ। ਸ਼ੁਰੂਆਤ ਇਹਦੀ ਕਾਂਗਰਸ ਦੇ ਦੌਰ 'ਚ ਹੋਈ ਸੀ, ਉਦੋਂ ਨਰਸਿਮਹਾ ਰਾਓ ਦੀ ਸਰਕਾਰ ਹੁੰਦੀ ਸੀ, ਲੇਕਿਨ ਨਰਸਿਮਹਾ ਰਾਓ ਦੀ ਸਰਕਾਰ ਨੇ ਕੁਝ ਕੀਤਾ ਨਹੀਂ ਸੀ, ਇਕੱਲੇ ਦਸਤਖਤ ਕੀਤੇ ਸੀ ਜੀ। ਬਾਅਦ ਦੇ ਵਿੱਚ ਫਿਰ ਆ ਗਈ ਅਟਲ ਬਿਹਾਰੀ ਸਾਹਿਬ ਦੀ ਸਰਕਾਰ, ਤੇ ਉਸ ਸਰਕਾਰ ਦੇ ਦੌਰ ਦੇ ਵਿੱਚ ਇਹਨਾਂ ਨੇ ਕਰਤਾ ਸੀ, ਲਿਆਓ ਜੀ ਕੋਈ ਨਹੀਂ ਕਰ ਲੈਨੇ ਆਪਾਂ ਜੀ। ਉਦੋਂ ਤਾਂ ਡਿਸਇਨਵੈਸਟਮੈਂਟ ਇੱਕ ਮਹਿਕਮਾ ਬਣਾਤਾ ਸੀ, ਤੇ ਅਰਨ ਸ਼ੌਰੀ ਉਸ ਮਹਿਕਮੇ ਦਾ ਇੰਚਾਰਜ ਸੀ ਜੀ। ਡਿਸਇਨਵੈਸਟਮੈਂਟ ਕੇ ਅਸੀਂ ਜਾਇਦਾਦਾਂ, ਸਰਕਾਰੀ ਜਾਇਦਾਦਾਂ ਖੁਰਦ ਕਰਨਗੇ, ਇਹਨਾਂ ਨੂੰ ਅਸੀਂ ਇਹਦਾ ਨਿੱਜੀਕਰਨ ਕਰਨਾ, ਉਸ ਵਾਲੇ ਪਾਸੇ ਨੂੰ ਪੈ ਗਏ ਸੀ। ਲੇਕਿਨ ਉਹ ਤੋਂ ਬਾਅਦ ਫਿਰ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਆਉਂਦੀ ਹੈ, ਥੋੜੇ ਜੀ ਵਿੱਚ ਦੀ ਵਾਜਪਾਈ ਦੀ ਸਰਕਾਰ ਤੋਂ ਬਾਅਦ ਇਹਨਾਂ ਦੀਆਂ ਸਰਕਾਰਾਂ ਆਉਂਦੀਆਂ ਨਿੱਕੀਆਂ ਮੋਟੀਆਂ ਜੀਆਂ ਸਾਂਝੇ ਮੋਰਚੇ ਵਾਲੀਆਂ। ਡਾਕਟਰ ਮਨਮੋਹਨ ਸਿੰਘ, ਹਾਲਾਂਕਿ ਇਹ ਕਿਹਾ ਜਾਂਦਾ ਕਿ ਡਾਕਟਰ ਮਨਮੋਹਨ ਸਿੰਘ ਉਸ ਨੀਤੀ ਦਾ ਪੱਕਾ ਹਮੈਤੀ ਸੀ ਜੀ, ਲੇਕਿਨ ਪਹਿਲਾ ਜਿਹੜਾ ਉਹਨਾਂ ਦਾ 5 ਸਾਲ ਦਾ ਸਮਾਂ ਸੀ ਉਹਦੇ ਵਿੱਚ ਉਹਨਾਂ ਨੇ ਕੱਖ ਨਹੀਂ ਕੀਤਾ। ਉਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਨਾਲ ਇੱਕ ਜਿਹੜੀ ਹੈਗੀ ਹੈ ਖੱਬੇ ਪੱਖੀ ਪਾਰਟੀਆਂ ਲੱਗੀਆਂ ਸੀ, ਜਿਨ੍ਹਾਂ ਦੇ ਕੋਲੇ 60 ਦੇ ਕਰੀਬ ਜਿਹੜੇ ਹੈ ਪਾਰਲੀਮੈਂਟ ਦੇ ਮੈਂਬਰ ਸੀ, ਉਹਨਾਂ ਤੇ ਨਿਰਭਰ ਸੀ, ਉਹ ਨਹੀਂ ਸੀ ਕਰਨ ਦੇ। ਦੂਜੇ ਦੌਰ ਦੇ ਵਿੱਚ ਉਹਨਾਂ ਨੇ ਕੀਤਾ ਪਰ ਬਹੁਤ ਸਲੋ। ਫਿਰ ਮੋਦੀ ਸਾਹਿਬ ਆ ਗਏ ਤੇ ਇਹਨਾਂ ਨੇ ਕਿਹਾ ਸੀ ਇਸ ਦੇਸ਼ ਕੋ ਵਿਕਣੇ ਨਹੀਂ ਦੂੰਗਾ। ਤੇ ਹੁਣ ਜਿਹੜੀਆਂ ਨਵੀਂ ਚੀਜ਼ ਆਈ ਹੈ ਜੀ, ਹੁਣ ਜਿਹੜਾ ਉਹੀ ਪਲੈਨਿੰਗ ਕਮਿਸ਼ਨ ਜੀ, ਜਿਹਦਾ ਨਾਮ ਮਿਲ ਕੇ ਹੁਣ ਬਣ ਗਿਆ ਹੈ ਨੀਤੀ ਆਯੋਗ, ਉਹਨੇ ਬਣਾਤੀ ਜੀ ਨੀਤੀ। ਉਹ ਤਾਂ ਉਦਯੋਗ ਬਣ ਗਿਆ ਹੁਣ। ਹਾਂਜੀ, ਉਹਨਾਂ ਨੇ ਨੀਤੀ ਬਣਾਤੀ, ਕਹਿੰਦੇ ਵੀ 8 ਮਨਿਸਟਰੀਆਂ 8 ਮਨਿਸਟਰੀਆਂ ਉਹਨਾਂ ਜਾਇਦਾਦਾਂ ਦਾ ਪਤਾ ਕਰਨ ਜਿਹੜੀਆਂ ਭਾਈ ਆਪਾਂ ਨਿੱਜੀਕਰਨ ਕਰਨਾ ਜੀ। ਜੇ ਆਪਾਂ ਠੇਠ ਪੰਜਾਬੀ 'ਚ ਗੱਲ ਕਰੀਏ ਵੀ ਜਿਹਨਾਂ ਨੂੰ ਆਪਾਂ ਵਿਕਰੀ ਤੇ ਲਾਉਣਾ, ਤੇ 8 ਜਿਹੜੀਆਂ ਜਾਇਦਾਦਾਂ ਹੁਣ ਸਾਹਮਣੇ ਆਈਆਂ 8 ਮਹਿਕਮੇ ਦੀਆਂ ਮਨਿਸਟਰੀਆਂ ਦੀਆਂ ਜੀ। ਦਾਣੇ ਵਾਲੀਆ ਸਾਹਿਬ ਤੁਸੀਂ ਦੇਖੋ ਕਿ ਕਿਹੋ ਜਿਹੀਆਂ ਜਾਇਦਾਦਾਂ ਉਹਦੇ ਵਿੱਚ ਆਉਂਦੀਆਂ। ਮੇਰੇ ਕੋਲ ਜਿਹੜੇ ਅੰਕੜੇ ਆ ਜੀ, ਕਹਿੰਦੇ ਰੇਲਵੇ ਤੋਂ ਹਾਸਲ ਕਰਨਾ 90,000 ਕਰੋੜ ਰੁਪਈਆ। ਅੱਛਾ ਜੀ। ਤੇ ਰੇਲਵੇ ਦਾ ਦੇਣਾ ਕੀ ਹੈ ਅਸੀਂ? 50 ਰੇਲਵੇ ਸਟੇਸ਼ਨ ਤੇ 150 ਰੇਲਵੇ ਟ੍ਰੇਨਾਂ ਮਗਰ ਕੀ ਰਹਿ ਗਈ ਨਿੱਜੀਕਰਨ ਕਰਨਾ। ਉਹ ਪਹਿਲਾਂ ਵਾਲੇ ਤਾਂ ਛੱਡ ਗਏ, ਇੱਕੋ ਚਲਾਈ ਸੀ ਆਪਦੇ MP ਵਾਲੇ ਏਰੀਏ ਜਿਹਨੂੰ, ਉਹ ਤਾਂ ਬੰਦ ਕਰਕੇ ਉਹ ਤਾਂ ਵੱਡਾ ਚੋਚ ਸੀ ਨਾ, ਉਹ ਚੋਚ ਸੀ। ਆਹ ਦੇਣੇ ਹੁਣ ਇਹ ਲਊ ਕੌਣ? ਇਹ ਤਾਂ ਅਬਾਨੀ ਤੇ ਅੰਦਾਨੀ ਲੈਣਗੇ। ਬਿਲਕੁਲ। ਔਰ ਇਹਦਾ ਜਦੋਂ ਰੇਲਵੇ ਦਾ ਨਿੱਜੀਕਰਨ ਹੋ ਗਿਆ, 150 ਟ੍ਰੇਨਾਂ ਚਲੀਆਂ ਗਈਆਂ ਤੇ 50 ਸਟੇਸ਼ਨਾਂ ਦਾ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਅੱਗੇ ਛੋਟੇ ਹੁੰਦੇ ਜੇ ਚੜ੍ਹਦੇ ਹੁੰਦੇ ਆਪਣਾ ਸਟੇਸ਼ਨ ਤੇ ਜਾਣਾ ਹੁੰਦਾ, ਉਦੋਂ 98 ਦੀ ਹੁੰਦੀ ਸੀ ਟਿਕਟ। ਟਿਕਟ ਜਿਹੜੀ ਪਲੇਟਫਾਰਮ ਦੀ। ਤੇ ਹੁਣ ਕਹਿੰਦੇ ਜੀ ਇੱਕ ਥਾਂ ਤੇ 50 ਰੁਪਏ ਦੀ ਵੀ ਹੋਊਗੀ, ਅਗਾਂਹ ਇਦੋਂ ਹੋਰ ਵਧੂਗਾ, ਭਾੜਾ ਵੱਧ ਜਾਣਾ। ਜਿਹੜਾ ਇਹ ਹੈ ਕਿ ਰੇਲਵੇ ਹੈ, ਜਿਹੜੇ ਨੌਕਰੀ ਪੇਸ਼ਾ ਲੋਕ ਹੈ, ਕਿਸੇ ਨੇ ਆਪਣੀ ਰਿਸ਼ਤੇਦਾਰੀ 'ਚ ਜਾਣਾ ਕਰਨਾ, ਇਹ ਕਿਸਮ ਦੀ ਮਤਲਬ ਸੋਸ਼ਲ ਓਬਲੀਗੇਸ਼ਨ ਸੀ। ਉਹ ਹੁਣ ਸੋਸ਼ਲ ਓਬਲੀਗੇਸ਼ਨ ਛੱਡ ਕੇ ਇਹ ਇਸ ਗੱਲ ਦੇ ਉੱਤੇ ਹੋ ਗਏ ਵੀ ਕੋਈ ਗੱਲ ਨਹੀਂ ਜੀ, ਤਾਂ ਅਸੀਂ ਨਿੱਜੀਕਰਨ ਕਰਨਾ। ਦੂਸਰਾ ਲੈ ਲਓ ਜੀ, ਫਿਰ ਕਹਿੰਦੇ ਟੈਲੀਕਾਮ ਜੀ। ਟੈਲੀਕਾਮ ਤਾਂ ਬਾਲਾ ਹੀ ਕਹਿੰਦੇ ਜੀ, ਤਾਂ ਖੁਸ਼ ਹੋਏ ਵੇ। ਵੈਸੇ ਹੀ ਜਿਹੜੀ VRS ਜੀ, ਵਲੰਟਰੀ ਰਿਟਾਇਰਮੈਂਟ ਸਕੀਮ, ਇਹਨਾਂ ਨੇ ਪਹਿਲਾਂ ਤੋਰਤੀ ਜੀ ਜੀ। ਉਦੋਂ ਹੀ ਜੇ ਆਪਾਂ ਦੇਖੀਏ ਜਿਹੜਾ BSNL ਹੈ, MTNL ਹੈ, ਇਹਦੀ ਕਿੱਡੀ ਸਰਦਾਰੀ ਹੁੰਦੀ ਸੀ ਜੀ। ਔਰ ਜੇ ਇਹ ਫੇਲ ਹੋਇਆ ਨਹੀਂ, ਇਹਨੂੰ ਜਾਣਬੁੱਝ ਕੇ ਫੇਲ ਕੀਤਾ ਗਿਆ ਤਾਂ ਕਿ ਜਿਹੜੀਆਂ Jio ਹੋ ਗਈ, Airtel ਹੋ ਗਈ, ਵੋਡਾਫੋਨ ਹੋ ਗਿਆ, ਆਈਡੀਆ ਵਗੈਰਾ ਹੋ ਗਿਆ, ਇਹਨਾਂ ਨੂੰ ਮੌਕਾ ਦਿੱਤਾ ਜਾਵੇ। ਤੇ ਹੁਣ ਤਾਂ ਮੌਕਾ ਫਿਰ ਉਦੋਂ ਵੀ ਗਾਂਹ ਚਲਾ ਗਿਆ ਜੀ। ਕਹਿੰਦੇ ਇਹਨਾਂ ਦਾ ਇਨਫਰਾਸਟ੍ਰਕਚਰ ਵੀ ਦੇ ਦਿਓ ਜੀ, ਵੇਚ ਦਿਓ। ਅੱਛਾ। ਜਿਹਦੇ ਵਿੱਚ ਆ ਟਾਵਰ ਜਿਹੜੇ BSNL ਦੇ ਕਿੱਡੇ ਟਾਵਰ ਲੱਗੇ, ਉਹ ਵੀ ਚੱਕਦੇ। ਉਹ ਤਾਂ ਜੀ ਟਾਵਰ ਤਾਂ ਢਿੱਲੋਂ ਸਾਹਿਬ ਫੇਰ ਵੀ ਕਬਾੜ ਹੋਊਗਾ। ਤੁਸੀਂ ਆ ਬਠਿੰਡੇ ਵਾਲੀ ਐਕਸਚੇਂਜ ਹੀ ਦੇਖ ਲਓ। ਹਾਂਜੀ ਹਾਂਜੀ। ਭਾਰਤ ਨਗਰ ਵਾਲੀ ਐਕਸਚੇਂਜ, ਬਠਿੰਡੇ ਦੀਆਂ 2 ਐਕਸਚੇਂਜਾਂ ਹੈ। ਹਾਂਜੀ। ਲੁਧਿਆਣੇ ਦੀ ਭਾਰਤ ਨਗਰ ਐਕਸਚੇਂਜ ਹੈ। ਹਾਂਜੀ। ਭਾਰਤ ਨਗਰ ਚੌਂਕ 'ਚ ਆ ਜੀ ਢਿੱਲੋਂ ਸਾਹਿਬ। ਬਿਲਕੁਲ ਬਿਲਕੁਲ। ਤੇ ਮੇਰੇ ਖਿਆਲ ਕਿੱਲਾ ਥਾਂ ਹੈ, ਤੇ ਹੁਣ ਕਿੱਲਾ ਥਾਂ ਤੁਸੀਂ ਦੇਖ ਲਓ, ਉੱਥੇ ਉਂਗਲ ਰੁਪਈਏ ਗਜ ਹੈ। ਬਿਲਕੁਲ। ਹਾਂਜੀ। ਮੈਨੂੰ ਯਾਦ ਹੈ ਭਾਰਤ ਜਿਹੜੀ ਆ ਕੀ ਕਹਿੰਦੇ ਆ, ਭਾਈਵਾਲਾ ਚੌਂਕ 'ਚ ਫਿਰੋਜ਼ਗੰਜ ਦੀ ਮਾਰਕੀਟ ਆ, 92-93 'ਚ ਉਦੋਂ ਲੱਖ ਰੁਪਏ ਗਜ ਦਾ ਭਾਅ ਸੀ। 92-93 'ਚ। ਬਿਲਕੁਲ। ਤੇ ਹੁਣ ਦੇਖ ਲਓ ਵੀ ਭਾਰਤ ਨਗਰ 'ਚ ਜੇ ਉਸਾਰਨਾ ਬਿਲਡਿੰਗ ਤੇ ਕੀ ਭਾਅ ਹੋਊਗਾ ਉੱਥੇ। ਹਾਂ।
ਉਹ ਤੋਂ ਅੱਗੇ ਲੈ ਲਓ ਜੀ ਫਿਰ ਸੜਕਾਂ ਕਹਿੰਦੇ ਜੀ 30,000 ਕਰੋੜ ਰੁਪਏ ਇਹਨਾਂ ਤੋਂ ਹਾਸਲ ਕਰ ਰਹੇ ਜੀ। ਹੁਣ ਸੜਕਾਂ ਤੋਂ 30,000 ਕਰੋੜ ਰੁਪਏ ਕਿਵੇਂ ਵੇਚਣਗੇ? ਕੀ ਸੜਕਾਂ ਤੋਂ ਕਿਸੇ ਤੋਂ ਕੀ ਕਰਾਉਣਾ? ਅੱਛਾ, ਸੜਕਾਂ ਤੇ ਫਿਰ ਤੁਹਾਡੇ ਵਰਗਿਆਂ ਨੂੰ ਲੁੱਟਣਗੇ, ਨਾ ਜੀ ਨਾ ਉਹੀ ਟੋਲ ਟੈਕਸ ਉਹੀ ਹੋ ਗਿਆ। ਸਾਰੀਆਂ ਸੜਕਾਂ ਉਹਨਾਂ ਦੇ ਸਪੁਰਦ ਕਰ ਦੇਣੀਆਂ, ਫਿਰ ਉਹ ਟੋਲ ਟੈਕਸ ਲਾਉਣਗੇ। ਉਹ ਟੋਲ ਟੈਕਸ ਜਿਹੜਾ ਜਿਹਨੂੰ ਆਪਾਂ ਗੁੰਡਾ ਟੈਕਸ ਕਹਿੰਦੇ, ਫਿਰ ਉਹ ਵਸੂਲਿਆ, ਫਿਰ ਅਸੀਂ ਉਹ ਖਾਵਾਂਗੇ, ਫਿਰ ਉਹਦੇ ਨਾਲ ਸਰਕਾਰ ਬਣਾਵਾਂਗੇ। ਹਾਂਜੀ, ਆਹੀ ਕੰਮ ਹੋ ਗਿਆ ਨਾ। ਸਵਾਲ ਇਹ ਹੈ ਕਿ ਜਿਹੜੀਆਂ ਪਬਲਿਕ ਦੇ ਪੈਸੇ ਦੇ ਨਾਲ ਸੜਕਾਂ ਬਣੀਆਂ ਹੋਈਆਂ ਉਹ ਉਹਨਾਂ ਦੇ ਹਵਾਲੇ ਕਰ ਦੇਣੀਆਂ, ਉਹਨਾਂ ਤੋਂ ਪੈਸਾ ਲੈ ਲੈਣਾ ਤੇ ਉਹਨਾਂ ਤੋਂ ਪੈਸਾ ਲੈ ਕੇ ਉਹਨਾਂ ਨੂੰ ਕਹਿਣਾ ਤੁਸੀਂ ਲੋਕਾਂ ਨੂੰ ਲੁੱਟੋ, ਦੁਬਾਰਾ ਇਹਨਾਂ ਤੋਂ ਪੈਸਾ ਹੋਰ ਕਰਾਓ ਜੀ। ਫਿਰ ਅਗਲਾ ਜੀ ਉਹ ਤੋਂ ਊਰਜਾ ਜਿਹੜੀ ਬਿਜਲੀ ਵਗੈਰਾ ਹੈ 27,000 ਕਰੋੜ ਰੁਪਏ ਜੀ ਕਹਿੰਦੇ ਇਹ ਤੋਂ ਇਕੱਠਾ ਕਰਨੇ। ਅੱਛਾ ਜੀ। ਯੂਥ ਐਂਡ ਸਪੋਰਟਸ ਡਿਪਾਰਟਮੈਂਟ ਕਹਿੰਦੇ ਜੀ ਇਸ ਮਹਿਕਮੇ ਚ ਤਾਂ 20,000 ਤੱਕ ਕਢਾਉਣਾ ਜ਼ਰੂਰ। ਅੱਛਾ ਜੀ। 20,000 ਕਰੋੜ ਦੱਸੋ। ਔਰ ਨਾਲੇ ਹੈ ਕਿ ਸਾਡੇ ਕੋਲੇ ਜਿਹੜੀ ਅਸੀਂ ਧਰੋਹਰ ਕਹਿ ਦਿੰਦੇ ਆ ਦਿੱਲੀ ਦੇ ਵਿੱਚ, ਉਹ ਜਵਾਹਰ ਲਾਲ ਨਹਿਰੂ ਸਟੇਡੀਅਮ ਹੈ। ਹਾਂ ਹੈਗਾ ਜੀ। ਉਹ ਵੀ ਜਾ ਰਿਹਾ ਜੀ। ਉਹ ਸਟੇਡੀਅਮ ਵੀ ਕਹਿੰਦੇ ਚੱਕ ਦੇਣਾ ਨਾਲ ਹੀ। ਹਾਂਜੀ, ਮਤਲਬ ਹੈ ਵੀ ਖੇਡਣ ਕੁੱਦਣ ਵਾਲੀ ਚੀਜ਼ ਵੀ ਕੋਈ ਰਹਿਣ ਨਹੀਂ ਦੇਣੀ। ਉਹ ਤੋਂ ਅੱਗੇ ਜੀ ਫਿਰ ਆ ਗਿਆ ਜਹਾਜ਼ਰਾਨੀ ਜੀ। ਜਹਾਜ਼ਰਾਨੀ ਤੋਂ ਕਹਿੰਦੇ ਜੀ 20,000 ਕਰੋੜ ਰੁਪਏ ਕਮਾਉਣੇ ਹੈ ਤੇ ਇਹ ਕਾਹਦੇ ਬਦਲੇ 13 ਹਵਾਈ ਅੱਡੇ ਸਪੁਰਦ ਕਰਨੇ ਜੀ। ਅੱਛਾ ਜੀ। ਪਹਿਲਾਂ ਤਾਂ 1 2 2 4 4 ਕਰਕੇ ਤਾਂ ਪਹਿਲਾਂ ਕੀਤੇ ਸੀ, 13 ਹੁਣ ਇਹ ਕਰਨੇ ਹੈ। ਇਹਦਾ ਹੁਣ ਤੁਸੀਂ ਦੱਸੋ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦਾ ਵਿਕਾਸ ਕਰਦੇ ਹੈ। ਇੱਕ ਕਹਿੰਦੇ ਸੀ ਵੱਖਰੀ ਨਿਆਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜੀ। ਹਾਂਜੀ, ਇਹਨੇ ਜੀ ਕਹਿੰਦੇ ਤੁਸੀਂ ਦੇਖੋਗੇ ਸੀ ਥੋੜਾ ਕਿੰਨਾ ਵਿਕਾਸ ਕਰਾਊਗੀ ਤੇ 100 ਰੁਪਏ ਤਾਂ ਹੋ ਗਿਆ ਜੀ ਹੁਣ ਪੈਟਰੋਲ। ਹੁਣ ਨਾ ਤਾਂ ਕੋਈ ਰਾਮਦੇਵ ਬੋਲਦਾ ਹੈ ਨਾ ਕੋਈ ਹੋਰ ਬਾਬਾ। ਉਹ ਤਾਂ ਨਹੀਂ ਰਾਮਦੇਵ ਬੋਲਦਾ, ਕਹਿੰਦਾ ਪਤਾ ਹੈ ਆਪਕੋ, ਕਹਿੰਦਾ ਇਹ ਤਾਂ ਹੋਗਾ ਹੀ। ਅੱਛਾ, ਨਹੀਂ ਹੱਕ ਚ ਨਹੀਂ ਨਾ ਬੋਲਦਾ, ਇਹ ਤਾਂ ਖਿਲਾਫ ਨਹੀਂ ਬੋਲਦਾ ਵੀ ਪੈਸੇ ਰੇਟ ਵੱਧ ਕਿਉਂ ਗਿਆ। ਤੇ ਜਦੋਂ 60-65 ਰੁਪਏ ਹੋਏ ਸੀ ਮਨਮੋਹਨ ਸਿੰਘ ਵੇਲੇ, ਉਦੋਂ ਨੂੰ ਚੂੜੀਆਂ ਭੇਜਦੀ ਹੁੰਦੀ ਸੀ ਸਿਮਰਤੀ ਇਰਾਨੀ। ਉਹ ਆਪ ਗੈਸ ਸਿਲੰਡਰ ਦਾ ਹੁਣ ਚੱਕ ਨਹੀਂ ਹੁੰਦਾ, ਚੱਕ ਨਹੀਂ ਹੁੰਦਾ। ਤੇ ਆਹ ਤੁਸੀਂ ਦੇਖੋ ਇਹ ਸਾਰਾ ਕੁਛ ਹੀ ਤੁਸੀਂ ਵੇਚੀ ਜਾਂਦੇ ਹੋ, ਰਹਿ ਕੀ ਗਿਆ? ਮਤਲਬ ਅਸੀਂ ਕਹਿ ਸਕਦੇ ਕਿ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਸਾਡਾ ਦੇਸ਼ ਵੀ ਵਿਕਾਊ ਹੈ। ਢਿੱਲੋਂ ਸਾਹਿਬ, ਇੱਕ ਆਪਣੀ ਗੱਲ ਥੋੜ੍ਹੀ ਜਿਹੀ ਰਹਿ ਗਈ, ਮੈਂ ਉਹ ਵੀ ਸਾਂਝੀ ਕਰ ਲਈਏ। ਕੱਲ੍ਹ ਜਿਹੜੀ ਮੀਟਿੰਗ ਹੋਈ ਹੈ, ਅੱਜ ਚਰਚਾ ਦਾ ਵਿਸ਼ਾ ਵੀ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਦੇ ਵਿੱਚ। ਉਹਨੂੰ ਕਿਵੇਂ ਲੈ ਕੇ ਚੱਲਦੇ ਹੋ ਜਿਹੜੀ ਸਿੱਧੂ ਨਾਲ ਹੋਈ ਹੈ? ਨਹੀਂ, ਮੀਟਿੰਗ ਤਾਂ ਦੇਖੋ ਗੱਲ ਆ ਵੀ ਸਿੱਧੂ ਕੋਲੇ ਹੁਣ ਕੋਈ ਚਾਰਾ ਹੀ ਨਹੀਂ। ਸਿੱਧੂ ਜਾਊ ਕਿੱਥੇ? ਇਸ ਵੇਲੇ ਦੀ ਜੋ ਹਾਲਤ ਆ, ਅਕਾਲੀ ਦਲ ਚੋਂ ਜਾ ਨਹੀਂ ਸਕਦਾ ਜੀ। ਬੀਜੇਪੀ ਦੀ ਸਥਿਤੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਿਊਨਿਸਪਲ ਕਮੇਟੀ ਵਾਸਤੇ ਤਾਂ ਕੈਂਡੀਡੇਟ ਨਹੀਂ ਮਿਲੇ। ਜੇ ਨਵਜੋਤ ਸਿੰਘ ਸਿੱਧੂ ਉੱਥੇ ਜਾਊਗਾ, ਜਿਹੜਾ ਉਹਦਾ ਵਕਾਰ ਬਣਿਆ ਉਹ ਵੀ ਜ਼ੀਰੋ ਹੋ ਜੂ। ਰਹੀ ਗੱਲ ਕਾਂਗਰਸ ਪਾਰਟੀ ਦੀ ਜੀ, ਕਾਂਗਰਸ ਪਾਰਟੀ ਦੇ ਜਿਹੜੇ 2 ਵੱਡੇ ਲੀਡਰ ਹੈ ਜਿਨ੍ਹਾਂ ਦੇ ਰਾਹੀਂ ਉਹ ਆਏ ਹੈ, ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾੜ ਰਹੇ। ਉਹਨਾਂ ਨੂੰ ਉਹ ਛੱਡਣਾ ਨਹੀਂ ਚਾਹੁੰਦੇ। ਕਾਂਗਰਸ ਪਾਰਟੀ ਨੂੰ ਵੀ ਉਹਨਾਂ ਦੀ ਲੋੜ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਸਾਨੂੰ ਉਹਦੀ ਲੋੜ ਹੈ ਜੀ। ਸਾਰੀ ਪਾਰਟੀ ਚਾਹੁੰਦੀ ਹੈ ਕਿ ਉਹ ਆ ਜੇ। ਹੁਣ ਅਖੀਰ ਕਰਾ ਕੇ ਇਸ ਗੱਲ ਦੇ ਉੱਤੇ ਇਹ ਦੇਖੋ, ਮੇਰੀ ਇਹ ਪੱਕੀ ਸਮਝ ਹੈ, ਅਖਬਾਰਾਂ ਆਪੋ ਆਪਣੇ ਮਤਲਬ ਜਿਹੜੇ ਹੈਗੇ ਅਰਥ ਕੱਢੀ ਜਾਂਦੀਆਂ, ਚੈਨਲ ਆਪੋ ਆਪਣੇ ਅਰਥ ਕੱਢੀ ਜਾਂਦੇ ਹੈ ਕਿ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੱਟ ਸਿੱਖ ਹੈ ਜੀ ਤੇ ਦੂਜਾ ਜੱਟ ਸਿੱਖ ਇਹ ਆ ਗਿਆ, ਉਹ ਵੀ ਸਿੱਧੂ ਹੈ ਤੇ ਇਹ ਵੀ ਸਿੱਧੂ ਹੈ। ਫਿਰ ਸਵਾਲ ਖੜਾ ਹੋ ਜਾਊਗਾ ਕਿ ਜਿਹੜਾ ਦਲਿਤ ਭਾਈਚਾਰਾ ਹੈ ਔਰ ਹਿੰਦੂ ਭਾਈਚਾਰਾ ਹੈ, ਉਹ ਆਪਣੇ ਆਪ ਨੂੰ ਕੱਟਿਆ ਮਹਿਸੂਸ ਕਰੂ ਜੀ। ਔਰ ਉਹਨੂੰ ਦੂਜੀਆਂ ਧਿਰਾਂ ਨੇ ਫਿਰ ਜਿਹੜਾ ਆਪਣੇ ਵੱਲ ਖਿੱਚ ਲੈਣਾ। ਸੰਭਾਵਨਾ ਇਹ ਵੀ ਬਣਦੀ ਹੈ ਕਿ ਜੇ ਬੀਐਸਪੀ ਇੱਥੇ ਕਿਸੇ ਪਾਰਟੀ ਨਾਲ ਸਮਝੌਤਾ ਕਰਦੀ ਹੈ ਜੀ, ਜਾਂ ਬੀਐਸਪੀ ਆਪਣੇ ਲੈਵਲ ਤੇ ਉਹ ਦਲਤਾਂ ਨੂੰ ਖਿੱਚੂਗੀ, ਹਿੰਦੂ ਭਾਈਚਾਰੇ ਨੂੰ ਫਿਰ ਬੀਜੇਪੀ ਕਰੂਗੀ ਕੋਸ਼ਿਸ਼। ਆ ਤੁਸੀਂ ਦੇਖੋ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਜੀ ਜੀ ਕਮੇਟੀਆਂ ਦੀਆਂ, ਹਾਲਾਂਕਿ ਕੈਂਡੀਡੇਟ ਨਹੀਂ ਚਾਹੀ, ਪਰ ਅੰਦਰਲੇ ਸ਼ਹਿਰ ਦੇ ਅੰਦਰ ਤੁਸੀਂ ਦੇਖੋ ਬੀਜੇਪੀ ਨੂੰ 300 400 ਕਈ ਥਾਵਾਂ ਤੇ 500 ਵੋਟਾਂ ਵੀ ਨਿਕਲੀਆਂ। ਉਹ ਵੀ ਫਿਰ ਕਹਿਣਗੇ ਕਿ ਹਿੰਦੂ ਭਾਈਚਾਰਾ ਤਾਂ ਕੁਛ ਹੀ ਨਹੀਂ। ਇਸ ਕਰਕੇ ਮਤਲਬ ਹੈ ਜੇ ਚੀਫ ਮਿਨਿਸਟਰ ਜੱਟ ਹੈ ਜੀ ਤੇ ਅਗਲਾ ਚਿਹਰਾ ਤਾਂ ਕਾਂਗਰਸ ਪਾਰਟੀ ਨੇ ਕਹੀ ਤਾਂ ਸਾਡਾ ਕੈਪਟਨ ਅਮਰਿੰਦਰ ਸਿੰਘ। ਉਸ ਹਾਲਤ ਦੇ ਵਿੱਚ ਮੇਰੇ ਖਿਆਲ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਦੇ ਵਿੱਚ ਹੀ ਜਿਹੜਾ ਹੈਗਾ ਲੈਣਗੇ ਔਰ ਉਹ ਕੈਬਨਿਟ ਚ ਆਊਗਾ। ਜੇ ਇਸ਼ਾਰਾ ਵੀ ਕੈਪਟਨ ਦਾ ਹੀ ਸੀ ਜੀ ਕਿ ਪੇਸ਼ਕਸ਼ ਨੂੰ ਕਰ ਦਿੱਤੀ ਹੈ ਤੇ ਉਹਨੂੰ ਕੁਛ ਦਿਨ ਚਾਹੀਦੇ, ਉਹ ਵਿਚਾਰ ਕਰਕੇ ਆਊ। ਉਹਦੇ ਚੋਂ ਇਹੀ ਨਿਕਲਣਾ, ਹੋਰ ਤਾਂ ਕੁਛ ਨਿਕਲਦਾ ਨਹੀਂ, ਕਿਉਂਕਿ ਮਜਬੂਰੀ ਕਾਂਗਰਸ ਦੀ ਵੀ ਹੈ। ਮਜਬੂਰੀ ਕਾਂਗਰਸ ਦੀ ਵੀ ਮਜਬੂਰੀ ਹੈ ਵੀ, ਕਿਉਂਕਿ ਉਹਦੇ ਚ ਐਨਰਜੀ ਹੈਗੀ, ਉਹ ਓਰੇਟਰ ਬਹੁਤ ਵਧੀਆ ਜੀ ਔਰ ਉਹਦੀ ਜਿਹੜੀ ਹੈਗੀ ਉਹਨਾਂ ਨੇ ਉਹਨੂੰ ਕੈਸ਼ ਕਰਾਉਣਾ। ਕੈਪਟਨ ਦੀ ਜਿਹੜੀ ਹੈਗੀ ਹੈ ਉਹਦੀ ਆਪਦੀ ਇੱਕ ਛਵੀ ਹੈ ਬਿਲਕੁਲ। ਉਸ ਛਵੀ ਦੇ ਚੱਲਦੇ ਆ ਵੀ ਉਹਨੂੰ ਕੋਈ ਪੰਗਾ ਨਹੀਂ ਲੈਣਾ ਚਾਹੁੰਦੇ, ਕਿਸੇ ਨੂੰ ਹੋਰ ਨੂੰ ਆਪਾਂ ਖੜਾ ਕਰ ਦਈਏ ਤੇ ਉਹ ਕੋਈ ਨਵਾਂ ਕਲੇਸ਼ ਕਰ ਦੇ। ਇਸ ਲਈ ਅਲਟੀਮੇਟਲੀ ਮਤਲਬ ਹੋਣਾ ਹੀ ਹੈ, ਹੋਰ 2 ਦਿਨਾਂ ਨੂੰ ਹੋ ਜੇ 4 ਦਿਨਾਂ ਨੂੰ ਹੋ ਜੇ, ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਹੀ ਰਹੂਗਾ ਔਰ ਕਾਂਗਰਸ ਦੇ ਵਿੱਚ ਹੀ ਰਹਿਣਾ ਉਹਨੇ। ਇੱਥੇ ਹੀ ਉਹਨੂੰ ਪੋਜੀਸ਼ਨ ਮਿਲਣੀ ਹੈ ਕੈਬਨਿਟ ਦੇ ਵਿੱਚ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਫਿਲਹਾਲ ਇੱਕ ਬ੍ਰੇਕ ਦਾ ਸਮਾਂ।